ਸਤਿ ਸ਼੍ਰੀ ਅਕਾਲ ਦੋਸਤੋ, ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਗੋਇਲ ਇੰਗਲਿਸ਼ ਪਾਤੜਾ YouTube ਚੈਨਲ ਤੇ। ਜਿਹੜੀ ਅੱਜ ਦੀ ਇਹ ਵੀਡੀਓ ਹੈ, ਇਹ ਨਾ ਕੋਈ ਸਪੋਕਨ ਇੰਗਲਿਸ਼ ਨੂੰ ਲੈ ਕੇ ਹੈ, ਨਾ ਕੋਈ ਆਈਲੈਟਸ, ਨਾ ਹੀ ਕੋਈ ਵੀਜ਼ਾ ਦੇ ਰਿਗਾਰਡਿੰਗ ਹੈ, ਬਲਕਿ ਜੋ ਅੱਜ ਦੀ ਇਹ ਵੀਡੀਓ ਹੈ +2 ਐਗਜ਼ਾਮ ਜੋ ਪੰਜਾਬ ਬੋਰਡ ਦੇ ਜੋ ਸਟੂਡੈਂਟ ਨੇ ਉਹਨਾਂ ਦੇ ਲਈ ਜੋ ਇੰਗਲਿਸ਼ ਕੰਪਲਸਰੀ ਦੀ ਜੋ ਬੁੱਕ ਹੈ ਉਸ ਦੇ ਰਿਗਾਰਡਿੰਗ ਅੱਜ ਦੀ ਇਹ ਵੀਡੀਓ ਹੈ। ਇਸ ਵੀਡੀਓ ਦੇ ਵਿੱਚ ਜੋ ਸਾਰੀ ਆਪਾਂ ਇੰਗਲਿਸ਼ ਦੀ ਜੋ ਸੈਕਿੰਡ ਟਰਮ ਦੀ 2022 ਦੀ ਜੋ ਸੈਕਿੰਡ ਟਰਮ ਦੀ ਜੋ ਇੰਗਲਿਸ਼ ਦੀ ਬੁੱਕ ਹੈ ਉਹ ਅੱਜ ਆਪਾਂ ਇੱਕ ਵੀਡੀਓ ਦੇ ਵਿੱਚ ਕਵਰ ਕਰਾਂਗੇ। ਇਸ ਦੇ ਵਿੱਚ ਜੋ ਬੁੱਕ ਵਰਕ ਹੈ ਉਹ ਆਪਣਾ ਕਵਰ ਅਪ ਰਹੇਗਾ ਤੇ ਜੋ ਗ੍ਰਾਮਰ ਦੀ ਜੋ ਵੀਡੀਓ ਹੈ ਉਹ ਆਪਾਂ ਸੈਕਿੰਡ ਪਾਰਟ ਦੇ ਵਿੱਚ ਇਨਕਲੂਡ ਕਰਾਂਗੇ। ਤੇ ਬਹੁਤ ਸਾਰੇ ਸਟੂਡੈਂਟਸ ਦੀ ਡਿਮਾਂਡ ਆ ਰਹੀ ਸੀ ਕਿ ਸਰ ਇਸ ਦੇ ਉੱਤੇ ਜੋ ਸਿੰਪਲ ਲੈਂਗੁਏਜ ਦੇ ਵਿੱਚ ਜੋ ਕੁਐਸਚਨ ਨੇ ਉਹ ਬਣਾਏ ਜਾਣ ਤੇ ਉਸ ਦੇ ਰਿਗਾਰਡਿੰਗ ਜੋ ਵੀਡੀਓ ਹੈ ਉਹ ਅਪਲੋਡ ਕੀਤੀ ਜਾਵੇ। ਸੋ ਉਹਨਾਂ ਦੇ ਲਈ ਜੇ ਇਹ ਵੀਡੀਓ ਹੈ ਉਹ ਬਣਾਈ ਗਈ ਹੈ। ਸੋ ਬਹੁਤ ਸਾਰੇ ਸਟੂਡੈਂਟਸ ਇਸ ਵੀਡੀਓ ਨੂੰ ਦੇਖ ਕੇ ਆਪਣੇ ਬਹੁਤੇ ਸਾਰਿਆਂ ਨੂੰ ਤਾਂ ਕੋਈ ਸਿਲੇਬਸ ਦਾ ਵੀ ਨਹੀਂ ਪਤਾ ਹੋਏਗਾ ਤੇ ਬਹੁਤਿਆਂ ਨੇ ਹਲੇ ਤਿਆਰੀ ਵੀ ਨਹੀਂ ਕੀਤੀ ਹੋਏਗੀ। ਤੇ ਮੈਂ ਉਮੀਦ ਕਰਦਾ ਕਿ ਜਦੋਂ ਤੁਸੀਂ ਇਸ ਵੀਡੀਓ ਨੂੰ ਦੇਖੋਗੇ ਤੇ ਤੁਹਾਡੇ ਲਈ ਬਹੁਤ ਜ਼ਿਆਦਾ ਹੈਲਪਫੁਲ ਰਹਿਣ ਵਾਲੀ ਹੈ। ਤੇ ਇਸ ਵੀਡੀਓ ਨੂੰ ਧਿਆਨ ਦੇ ਨਾਲ ਤੇ ਪੂਰਾ ਲਾਸਟ ਤੱਕ ਜ਼ਰੂਰ ਦੇਖਿਓ। ਤੇ ਜੇਕਰ ਕੋਈ ਲੱਗਿਆ ਕਿ ਇਸ ਦੇ ਰਿਗਾਰਡਿੰਗ ਕੋਈ ਇਹ ਪ੍ਰੋਬਲਮ ਹੈ ਤਾਂ ਮੈਨੂੰ ਕਮੈਂਟ ਸੈਕਸ਼ਨ ਕਰਕੇ ਵੀ ਦੱਸ ਸਕਦਾ ਹੈ। ਸੋ ਵਿਦਆਊਟ ਵੇਸਟਿੰਗ ਅ ਟਾਈਮ ਅੱਜ ਦੀ ਜਿਹੜੀ ਇਹ ਵੀਡੀਓ ਹੈ ਉਹ ਆਪਾਂ ਸ਼ੁਰੂ ਕਰਦੇ ਹਾਂ। ਇਸ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਟਾਈਮ ਦੀ ਰਹਿਣ ਵਾਲੀ ਵੀਡੀਓ ਹੈ, ਸੋ ਆਪਾਂ ਸ਼ੁਰੂ ਕਰਦੇ ਹਾਂ। ਯੈਸ, 1 ਸੈਕਿੰਡ। ਯੈਸ, ਓਕੇ। ਸੋ ਫਸਟ ਆਫ ਆਲ ਆਪਾਂ ਦੇਖਦੇ ਹਾਂ ਕਿ ਜੋ ਸੈਕਿੰਡ ਟਰਮ ਦਾ ਜੋ ਸਿਲੇਬਸ ਹੈ ਉਹ ਕਿਵੇਂ ਰਹਿਣ ਵਾਲਾ ਹੈ। ਜੋ ਪਹਿਲਾਂ ਆਪਾਂ ਨੂੰ ਮੇਨ ਕੋਰਸ ਦੇ ਵਿੱਚ ਜੋ 4 ਚੈਪਟਰ ਨੇ ਉਹ ਆਪਾਂ ਨੂੰ ਕਰਨੇ ਪੈਣਗੇ ਤੇ ਇਸ ਦੇ ਵਿੱਚੋਂ ਆਪਾਂ ਨੂੰ 4 ਕੁਐਸਚਨ ਆਣਗੇ ਜਿਨ੍ਹਾਂ ਦੇ ਵਿੱਚੋਂ ਆਪਾਂ ਨੇ 2 ਕਰਨੇ ਨੇ ਤੇ 2 ਮਾਰਕਸ ਦੇ ਹੋਣਗੇ, ਮਤਲਬ 4 ਮਾਰਕਸ। ਤੇ ਇਸ ਦੇ ਵਿੱਚੋਂ ਇੱਕ ਲੌਂਗ ਕੁਐਸਚਨ ਹੈ ਉਹ ਪਹਿਲਾਂ 5 ਨੰਬਰ ਦਾ ਆਇਆ ਕਰਦਾ, ਇਸ ਵਾਰੀ 4 ਮਾਰਕਸ ਦਾ ਆਏਗਾ। ਤੇ ਉਸ ਤੋਂ ਬਾਅਦ 3 ਸੈਂਟਰ ਆਈਡੀਆ ਨੇ ਜੋ ਰਹਿਣ ਵਾਲੇ ਨੇ ਇਹ ਜੋ 3 ਮਾਰਕਸ ਦਾ ਆਏਗਾ ਸੈਂਟਰ ਆਈਡੀਆ 2 ਦੇ ਵਿੱਚੋਂ ਆਪਾਂ ਨੂੰ 1 ਕਰਨਾ ਹੋਏਗਾ। ਨੈਕਸਟ ਉਸ ਤੋਂ ਬਾਅਦ ਸਪਲੀਮੈਂਟਰੀ ਦੀ ਜੇਕਰ ਆਪਾਂ ਗੱਲ ਕਰੀਏ 3 ਚੈਪਟਰ ਨੇ ਰਹਿਣ ਵਾਲੇ ਨੇ 2 ਮਾਰਕਸ ਦੇ ਕੁਐਸਚਨ ਆਣਗੇ, ਯਾਨੀ ਕਿ 4 ਆਣਗੇ, 2 ਕਰਨੇ ਹੋਣਗੇ। ਤੇ ਉਸ ਤੋਂ ਬਾਅਦ ਇੱਕ ਲੌਂਗ ਰਹੇਗਾ 4 ਮਾਰਕਸ ਦਾ ਤੇ 4 ਮਾਰਕਸ ਦਾ ਰਹਿਣ ਵਾਲਾ ਹੈ। ਉਸ ਤੋਂ ਬਾਅਦ ਗ੍ਰਾਮਰ ਪੋਰਸ਼ਨ ਆਏਗਾ, ਨॉन ਫਿਨਿਟੀ ਆਏਗਾ, ਵੌਇਸ ਟ੍ਰਾਂਸਲੇਸ਼ਨ ਆਏਗੀ ਇੰਗਲਿਸ਼ ਟੂ ਪੰਜਾਬੀ ਜਾਂ ਪੰਜਾਬੀ ਹਿੰਦੀ ਟੂ ਇੰਗਲਿਸ਼। ਉਸ ਤੋਂ ਬਾਅਦ ਪ੍ਰੈਸਿਸ ਰਾਈਟਿੰਗ, ਲੈਟਰ ਰਾਈਟਿੰਗ ਤੇ ਐਕਸਪਲੇਨ ਜੋ ਨਿਊਜ਼ਪੇਪਰ ਹੈਡਲਾਈਨ ਜਾਂ ਈਮੇਲ ਰਾਈਟਿੰਗ ਦੇ ਵਿੱਚੋਂ ਇੱਕ ਕਰਨਾ ਹੈ। ਪਰ ਆਪਾਂ ਇਸ ਵੀਡੀਓ ਦੇ ਵਿੱਚ ਜੋ ਬੁੱਕ ਵਰਕ ਦਾ ਜੋ ਪੋਰਸ਼ਨ ਹੈ ਉਹ ਇਸ ਵੀਡੀਓ ਦੇ ਵਿੱਚ ਆਪਾਂ ਕਵਰ ਕਰਾਂਗੇ ਤੇ ਜੋ ਗ੍ਰਾਮਰ ਦੀ ਵੀਡੀਓ ਹੈ ਉਹ ਆਪਾਂ ਅਗਲੇ ਸੈਕਸ਼ਨ ਦੇ ਵਿੱਚ ਜੋ ਅਗਲੇ ਪਾਰਟ ਦੇ ਵਿੱਚ ਇਨਕਲੂਡ ਕਰਾਂਗੇ। ਸੋ ਆਪਾਂ ਦੇਖਦੇ ਹਾਂ, ਇਹ ਆਪਾਂ ਨੇ ਦੇਖ ਹੀ ਲਿਆ ਕਿ ਜੋ ਬੁੱਕ ਵਰਕ ਜੋ 19 ਮਾਰਕਸ ਦਾ ਰਹਿਣ ਵਾਲਾ ਹੈ ਤੇ ਜੋ ਗ੍ਰਾਮਰ ਹੈ ਉਹ ਵੀ 19 ਮਾਰਕਸ ਦੀ ਰਹਿਣ ਵਾਲੀ ਹੈ। ਤੇ ਜੋ ਹੈਂਡ ਰਾਈਟਿੰਗ ਦੇ ਆਪਾਂ ਨੂੰ 2 ਮਾਰਕਸ ਮਿਲਣਗੇ, ਜਾਣੀ ਕਿ ਜੋ ਆਲ ਓਵਰ ਜੋ ਐਗਜ਼ਾਮ ਹੈ ਉਹ 40 ਮਾਰਕਸ ਦਾ ਰਹਿਣ ਵਾਲਾ ਹੈ। ਸੋ ਆਪਾਂ ਸ਼ੁਰੂ ਕਰਦੇ ਹਾਂ। ਜੋ ਫਸਟ ਚੈਪਟਰ ਹੈ ਆਪਣੇ ਕੋਲੇ ਦ ਸਟੋਰੀ ਆਫ ਮਾਈ ਲਾਈਫ, ਦ ਸਟੋਰੀ ਆਫ ਮਾਈ ਲਾਈਫ, ਠੀਕ ਹੈ ਜੀ। ਇਹ ਕਿਸੇ ਨੇ ਲਿਖਿਆ, ਇਹ ਹੈਲਨ ਕਿਲਰ ਨੇ ਲਿਖਿਆ ਹੋਇਆ ਹੈ। ਸੋ ਫਸਟ ਆਪਾਂ ਪੜ੍ਹਦੇ ਹਾਂ ਕਿ ਹੂ ਵਾਜ਼ ਐਨੇ ਮੈਨਸਫੀਲਡ ਸੁਲੀਵਨ। ਜੋ ਐਨੇ ਮੈਨਸਫੀਲਡ ਸੁਲੀਵਨ ਸੀ ਉਹ ਕੌਣ ਸੀ? ਐਨੇ ਮੈਨਸਫੀਲਡ ਸੁਲੀਵਨ ਵਾਜ਼ ਅ ਹੈਲਨ ਕਿਲਰ ਟੀਚਰ। ਜੋ ਐਨੇ ਮੈਨਸਫੀਲਡ ਸੁਲੀਵਨ ਸੀ ਉਹ ਹੈਲਨ ਕਿਲਰ ਦੀ ਟੀਚਰ ਸੀ। 1 ਸੈਕਿੰਡ। ਯੈਸ। ਸੋ ਨੈਕਸਟ ਕੁਐਸਚਨ ਆਪਣੇ ਕੋਲੇ, ਵਟ ਵਾਜ਼ ਸਮਥਿੰਗ ਅਨਯੂਜੂਅਲ ਹੈਪਨਿੰਗ ਐਟ ਦ ਨਰੇਟਰਜ਼ ਹੋਮ। ਜੋ ਨਰੇਟਰ ਦੇ ਘਰੇ ਕੀ ਵਾਪਰਨ ਵਾਲਾ ਸੀ, ਯਾਨੀ ਕਿ ਹੈਲਨ ਕਿਲਰ ਦੇ ਘਰੇ। ਹੈਲਨ ਦੀ ਟੀਚਰ ਵਾਜ਼ ਐਕਸਪੈਕਟਡ ਟੂ ਕਮ, ਕਿਉਂਕਿ ਹੈਲਨ ਦੀ ਜੋ ਟੀਚਰ ਸੀ ਉਸਨੇ ਘਰੇ ਆਉਣਾ ਸੀ ਹੈਲਨ ਨੂੰ ਪੜ੍ਹਾਉਣ ਦੇ ਲਈ। ਐਂਡ ਦਾ ਪ੍ਰੈਪਰੇਸ਼ਨ ਆਫ ਹਰ ਵੈਲਕਮ ਇਨ ਪ੍ਰੋਗਰੈਸ, ਤੇ ਉਸਦੇ ਵੈਲਕਮ ਦੀਆਂ ਜੋ ਤਿਆਰੀਆਂ ਸੀ ਉਹ ਚੱਲ ਰਹੀਆਂ ਸੀ। ਥਰਡ ਹੈ ਵਟ ਵਾਜ਼ ਦ ਨਰੇਟਰ ਡੂਇੰਗ ਵਾਈਲ ਸੀਟਿੰਗ ਔਨ ਦਾ ਸਟੈਪਸ। ਜਦੋਂ ਨਰੇਟਰ ਦੇਲੀ ਦੇ ਉੱਤੇ ਬੈਠੀ ਹੋਈ ਸੀ ਤਾਂ ਨਰੇਟਰ ਕੀ ਕਰ ਰਹੀ ਸੀ? ਸ਼ੀ ਵਾਜ਼ ਵੇਟਿੰਗ ਐਨੈਕਸ਼ਲੀ ਦੀ ਥਾਂ ਤੇ ਤੁਸੀਂ ਜੋ ਵਰੀਡ ਹੈ ਉਹ ਲਿਖ ਸਕਦੇ ਹੋ WORRIED, ਵਰੀਡ, ਫॉर ਸਮਥਿੰਗ ਅਨਯੂਜੂਅਲ ਟੂ ਹੈਪਨ।
यानी कि वो अंदरों फिक्रमंद हो रही सी, नर्वस हो रही सी कि कुछ ना कुछ वापरन वाला। फॉर एग्जाम्पल अपने घरे किसी ने गैसट ने आना हो तो आप भी थोड़ा जिहा नर्वस है जिहड़ा वो हो जाने। नैक्सट क्वेश्चन है, वट वाज द वर्डलैस क्राई ऑफ द नरेटर्स सोल। यानी कि नरेटर की आत्मा तो जो शब्दहीन जो चीख है वो की निकली, उसकी आत्मा के अंदरों की शब्द निकले। लाइट गिव मी लाइट वॉज द वर्डलैस क्राई ऑफ द नरेटर्स सोल। हे परमात्मा लाइट गिव मी लाइट, यानी कि मैनू प्रकाश दो, यानी कि जो प्रकाश की एक झलक है वो मेरे उत्ते पई, यह नरेटर की आत्मा तो यह वर्ड निकले। नैक्सट क्वेश्चन है, हू हैड सेंट द डोल फॉर द नरेटर। नरेटर के लिए डोल किसने भेजी सी? द ब्लाइंड चिल्ड्रन फ्रॉम परकिंस इंस्टीट्यूशन हैड सेंट द डोल। जो ब्लाइंड चिल्ड्रन है उन्होंने, जो ब्लाइंड चिल्ड्रन है परकिन इंस्टीट्यूशन तो उन्होंने जो यह डोल है यह भेजी सी। हाउ डिड द नरेटर लर्न टू स्पैल द वर्ड्स। लर्न जो नरेटर सी उसने वर्ड्स नू किवें स्पैल करना सीखिया। क्योंकि स्टूडेंट जेकर आप देखिए जो नरेटर जो हैलन केलर 19 मंथ की सी तो उदों इसनू फीवर हो गया सी, तो जिस करके ये ब्लाइंड ते डैफ हो गई सी, ना तो इसनू सुनता सी ते ना ही इसनू दिखता सी। सो इसने किवें सीखिया? द नरेटर लर्न टू स्पैल द वर्ड्स बाय लर्निंग फिंगर प्ले, यानी कि उसनू फिंगर प्ले दे नाल जो वर्ड नू स्पैल करना उसने सीखिया। नैक्सट है, वाई डिड द नरेटर डैश द डोल अपॉन द फ्लोर। जिहड़ी नरेटर सी उसने फ्लोर दे उत्ते डोल है जिहड़ी वो क्यों डिगती, क्यों? बिकॉज शी वॉज अनेबल टू अंडरस्टैंड द डिफरेंस बिटवीन मग एंड वाटर। क्योंकि वह जो मग ते जो वाटर है उसदे विच जो डिफरेंस है वो नहीं समझ पाई सी, क्योंकि वह मग ते जो वाटर ने ये अलग अलग इन्हां दा मीनिंग है, पर उसनू सेम समझ रही सी, जिसदे करके गुस्से च आ गई तो उसने डोल नू चक के नीचे मारिया। लिस्ट द फ्यू वर्ड्स दैट द नरेटर टीचर मेड हर लर्न। कुछ वर्ड दसने जिहड़े नरेटर दी टीचर ने नरेटर नू सिखाए। किहड़े किहड़े वर्ड सी ओह? पिन, हैट, कप एंड सम वर्ड्स लाइक सिट, स्टैंड एंड वॉक। नैक्सट अपने कोले, वट डिड द नरेटर लर्न एट द वैल हाउस। नरेटर ने खूह घर दे उत्ते की सीखिया? शी लर्नट द मिस्ट्री ऑफ लैंग्वेज एट द वैल हाउस। उसने खूह घर ते जो भाषा का जो रहस्य है वह सीखिया। खूह घर ते उसनू पता लग्या कि मग का अलग मीनिंग है, वाटर का अलग मीनिंग है, उसनू वर्डां का जो रहस्य है उसनू खूह घर ते पता लग्या। सो ये अपना द स्टोरी ऑफ माई लाइफ चैप्टर सी। नैक्सट चैप्टर कन्नै आपां वधदे हाँ। जो अगला अपने को चैप्टर है टू जेंटलमैन ऑफ वेरोना। टू जेंटलमैन ऑफ वेरोना, जो कि किने लिखा है? ए.जे. करोनी ने लिखा है। किसने लिखा जी? ए.जे. करोनी ने। ओके जी। सो आपां देखते हाँ इस जो फर्स्ट है, वट वर द जॉब्स दैट द टू बॉयज अंडरटुक। इस दो बॉयज होंगे ने, निकोला ते जकोपो। वो किहड़े किहड़े काम करते हैं? दे पॉलिश शूज, सोल्ड फ्रूट्स एंड न्यूज़पेपर। मतलब शूज़ नू पॉलिश करते हैं, फ्रूट्स बेचते हैं, न्यूज़पेपर बेचते हैं। दे आल्सो वर्कड एज टूरिस्ट गाइड, तो टूरिस्ट गाइड के तौर पर भी वो काम करते हैं। नैक्सट उस तो बाद देखिए आपां, यस, हाउ वर द टू बॉयज यूजफुल फॉर द नरेटर इन मैनी वेज। जो दो बॉय सी निकोला ते जकोपा, वो नरेटर के लिए किवें हेल्पफुल सी? They brought chocolates, shined shoes and booked seat for the opera for him। ਉਹ ਨਰੇਟਰ ਦੇ ਲਈ ਚਾਕਲੇਟ ਲੈ ਕੇ ਆਉਂਦੇ ਨੇ, ਸ਼ੂਜ਼ ਸ਼ਾਈਨ ਕਰਦੇ ਨੇ ਤੇ ਉਹਨਾਂ ਦੇ ਲਈ ਜੋ ਸੀਟ ਹੈ ਉਹ ਬੁੱਕ ਕਰਦੇ ਨੇ, ਜਿਵੇਂ ਸ਼ੋਅ ਵਗੈਰਾ ਹੁੰਦੇ ਨੇ ਉਸ ਦੇ ਲਈ ਜੋ ਸੀਟ ਹੈ ਉਹ ਵੀ ਬੁੱਕ ਕਰਦੇ ਨੇ। ਨੈਕਸਟ ਆਪਾਂ ਦੇਖੀਏ, ਵਾਈ ਡਿਡ ਦ ਟੂ ਬॉयਜ਼ ਵਰਕ ਐਂਡਲੈਸਲੀ। ਜਿਹੜੇ ਉਹ ਟੂ ਬॉय ਸੀ ਉਹ ਇੰਨੀ ਸਖਤ ਮਿਹਨਤ ਹੈ ਜਿਹੜੀ ਉਹ क्यों कर रहे सी, या जो इन्ना हार्ड वर्क है वो क्यों कर रहे सी? दे वर्कड वेरी हार्ड टू पे फॉर द ट्रीटमेंट ऑफ देयर सिस्टर। वो इन्नी सख्त मेहनत क्यों कर रहे सी? ताकि अपनी भैन के इलाज के लिए, अपनी भैन के ट्रीटमेंट के लिए जो पे है वो कर सकन। उसकी भैन सी जिहड़ी हू वाज सफरिंग फ्रॉम ट्यूबरकोलोसिस ऑफ द स्पाइन।
ਉਸਦੀ ਭੈਣ ਸੀ ਜੋ ਲੂਸੀਆ, ਉਹ ਟੀਬੀ ਬਿਮਾਰੀ ਤੋਂ ਪੀੜੀ ਸੀ। ਜੇਕਰ ਤੁਹਾਨੂੰ ਟਿਊਬਰਕਲੋਸਿਸ ਨਹੀਂ ਪਤਾ ਲੱਗਦਾ ਤਾਂ ਤੁਸੀਂ ਇਸ ਤਰੀਕੇ ਨਾਲ ਜੋ ਟੀਬੀ ਹੈ ਉਹ ਪਾ ਸਕਦੇ ਹੋ। ਨੈਕਸਟ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਵੇਅਰ ਡਿਡ ਦਾ ਨਰੇਟਰ ਡਰਾਈਵ ਦਾ ਟੂ ਬॉयਜ਼। ਜਿਹੜਾ ਨਰੇਟਰ ਹੈ ਦੋ ਬੱਚਿਆਂ ਨੂੰ ਉਹ ਕਿੱਥੇ ਲੈ ਕੇ ਜਾਂਦਾ ਹੈ। ਹੀ ਡਰੋਵ them to village ਪਲੇਟਾ which was 30 ਕਿਲੋਮੀਟਰ from ਵੈਰੋਨਾ। ਉਹ ਦੋ ਬੱਚਿਆਂ ਨੂੰ ਪਲੇਟਾ ਪਿੰਡ ਦੇ ਵਿੱਚ ਲੈ ਕੇ ਜਾਂਦਾ ਹੈ ਜਿਹੜਾ ਕਿ ਵੈਰੋਨਾ ਤੋਂ 30 ਕਿਲੋਮੀਟਰ ਦੂਰ ਸੀ। ਵੈਰੋਨਾ ਕਿੱਥੇ ਹੈ? ਇਹ ਇਟਲੀ ਦੇ ਵਿੱਚ ਹੈ। ਇਟਲੀ 'ਚ ਇੱਕ ਸ਼ਹਿਰ ਹੈ, ਠੀਕ ਹੈ ਜੀ। ਉਸ ਤੋਂ ਬਾਅਦ who was woman at the village। ਪਿੰਡ ਦੇ ਵਿੱਚ ਉਹ ਵੂਮੈਨ ਕੌਣ ਸੀ? she was a pleasant looking woman who was dressed in the white uniform nurse। ਜਿਹੜੀ ਉਹ ਵਿਮਨ ਸੀ ਉਹ ਇੱਕ ਗੁੱਡ ਲੁਕਿੰਗ ਵਿਮਨ ਸੀ ਤੇ ਉਹ ਕੀ ਹੈ ਤੇ ਜਿਸ ਨੇ ਜੋ ਨਰਸ ਵਾਲੇ ਜੋ ਵਾਈਟ ਯੂਨੀਫਾਰਮ ਸੀ ਉਹ ਪਹਿਨੀ ਹੋਈ ਸੀ। ਨੈਕਸਟ ਵਟ ਮੇਡ ਦਾ ਨਰੇਟਰ ਫੋਲੋ ਦਾ ਬॉयਜ਼। ਮਤਲਬ ਜਿਹੜਾ ਨਰੇਟਰ ਹੈ ਉਹ ਬੱਚਿਆਂ ਦਾ ਪਿੱਛਾ ਕਿਉਂ ਕਰਦਾ ਹੈ? ਦਾ ਨਰੇਟਰ ਵਾਂਟਡ ਟੂ ਸੀ whom they were visiting। ਨਰੇਟਰ ਉਹਨਾਂ ਦਾ ਪਿੱਛਾ ਇਸ ਲਈ ਕਰਦਾ ਕਿ ਉਹ ਦੇਖਦਾ ਕਿ ਇਹ ਕਿਸ ਨੂੰ ਮਿਲਣ ਦੇ ਲਈ ਜਾ ਰਹੇ ਨੇ, ਜਿਹੜੇ ਉਹ ਦੋ ਭਾਈ ਸੀ ਨਿਕੋਲਾ ਤੇ ਜੋਕੋਪੋ। ਵਟ ਡਿਡ ਲੂਸੀਆ ਐਸਪਾਇਰ ਟੂ ਬੀ। ਜੋ ਲੂਸੀਆ ਸੀ ਉਹ ਕੀ ਬਣਨਾ ਚਾਹੁੰਦੀ ਸੀ, ਮਤਲਬ ਉਸਦੀ ਕੀ ਬਣਨ ਦੀ ਇੱਛਾ ਸੀ? ਸ਼ੀ ਐਸਪਾਇਰ ਟੂ ਬੀ ਆ ਸਿੰਗਰ। ਉਹ ਇੱਕ ਸਿੰਗਰ ਹੈ ਜਿਹੜਾ ਬਣਨਾ ਚਾਹੁੰਦੀ ਸੀ। ਵਾਈ ਵਾਜ਼ ਦਾ ਨਰੇਟਰ ਡੀਪਲੀ ਮੂਵਡ। ਜਿਹੜਾ ਨਰੇਟਰ ਸੀ ਉਹ ਪੂਰੀ ਤਰ੍ਹਾਂ ਕਿਉਂ ਪਿੰਗਲ ਗਿਆ? ਟੂ ਸੀ ਦ ਲਵ ਇਮੋਸ਼ਨਸ ਐਂਡ ਡਿਵੋਸ਼ਨ ਆਫ ਦਾ ਟੂ ਯੰਗ ਬॉयਜ਼ ਟੂਵਰਡਸ ਦੇਅਰ ਸਿਕ ਐਲਡਰ ਸਿਸਟਰ। ਡਿਵੋਸ਼ਨ ਹੁੰਦਾ ਹੈ ਸਮਰਪਿਤ ਹੋਣਾ, ਯਾਨੀ ਕਿ ਪਿਆਰ, ਇਮੋਸ਼ਨ ਤੇ ਡਿਵੋਸ਼ਨ ਦੇ ਕੇ ਟੂ ਬੱਚਿਆਂ ਦਾ ਆਪਣੀ ਭੈਣ ਦੇ ਪ੍ਰਤੀ ਜੋ ਨਰੇਟਰ ਸੀ ਉਹ ਪੂਰੀ ਤਰ੍ਹਾਂ ਪਿੰਗਲ ਗਿਆ। ਵਟ ਮੇਡ ਦਾ ਟੂ ਬ੍ਰਦਰਸ ਐਂਡ ਦੇਅਰ ਸਿਸਟਰ ਔਰਫਨਸ। ਕਿਹੜੀ ਚੀਜ਼ ਨੇ ਦੋ ਬ੍ਰਦਰ ਤੇ ਉਹਨਾਂ ਦੀ ਭੈਣ ਜੋ ਲੂਸੀਆ ਨੂੰ ਅਨਾਥ ਬਣਾਤਾ? ਔਰਫਨ ਕੀ ਹੁੰਦਾ ਹੈ? ਅਨਾਥ। ਦਾ ਵॉर ਮੇਡ ਦਾ ਟੂ ਬ੍ਰਦਰਸ ਐਂਡ ਦੇਅਰ ਸਿਸਟਰ ਔਰਫਨਸ। ਯੁੱਧ ਨੇ ਉਹਨਾਂ ਦੇ ਦੋ ਬ੍ਰਦਰ ਸੀ ਤੇ ਜੋ ਸਿਸਟਰ ਸੀ ਉਸਨੂੰ ਕੀ ਬਣਾਤਾ? ਅਨਾਥ ਹੈ ਜਿਹੜਾ ਉਹ ਬਣਾਤਾ। ਉਹਨਾਂ ਦੇ ਘਰੇ ਜੋ ਬੰਬਬਾਰੀ ਹੈ ਉਹ ਕੀਤੀ ਗਈ ਸੀ ਜਿਸ ਦੇ ਕਰਕੇ ਉਹਨਾਂ ਦਾ ਪੂਰਾ ਹਾਊਸ ਹੈ ਉਹ ਡੈਸਟਰੋਇਡ ਹੋ ਗਿਆ ਸੀ। What is the message conveyed by the two boys in the story? Say in your own words। ਇਸ ਸਟੋਰੀ ਦੇ ਵਿੱਚ ਟੂ ਬॉयਜ਼ ਦੇ ਦੁਆਰਾ ਆਪਾਂ ਨੂੰ ਕੀ ਮੈਸੇਜ ਦੱਸਿਆ ਗਿਆ ਹੈ? ਦੇ ਕਨਵੇ ਦਾ ਮੈਸੇਜ ਆਫ ਸੈਲਫਲੈਸਨੈਸ ਇਨ ਅ ਰਿਲੇਸ਼ਨ। ਕਿ ਆਪਾਂ ਨੂੰ ਕੀ ਦੱਸਿਆ ਕਿ ਰਿਲੇਸ਼ਨ ਦੇ ਵਿੱਚ ਜੋ ਨਿਰਸਵਾਰਥ ਹੈ ਉਹ ਹੋਣਾ ਚਾਹੀਦਾ ਹੈ। ਡਿਵੋਸ਼ਨ ਮੇਕਸ ਅ ਫੈਮਿਲੀ ਹੈਪੀ। ਜਿੱਥੇ ਸਮਰਪਿਤ ਹੁੰਦਾ ਹੈ ਉਸਦੇ ਉੱਥੇ ਜੋ ਫੈਮਿਲੀ ਨੇ ਉਹ ਖੁਸ਼ ਰਹਿੰਦੀਆਂ ਨੇ। ਇਹ ਆਪਣਾ ਜੋ ਜੈਂਟਲਮੈਨ ਆਫ ਵਰੋਨਾ ਸੀ, ਟੂ ਜੈਂਟਲਮੈਨ ਆਫ ਵਰੋਨਾ, ਇਹ ਚੈਪਟਰ ਪੂਰਾ ਹੋ ਗਿਆ। ਨੈਕਸਟ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਨੈਕਸਟ ਚੈਪਟਰ ਆਪਣੇ ਕੋਲ ਇਨ ਸੈਲੀਬ੍ਰੇਸ਼ਨ ਆਫ ਬੀਇੰਗ ਅਲਾਈਵ। ਕਿ ਹਰ ਇੱਕ ਚੀਜ਼ ਨੂੰ ਆਪਾਂ ਨੂੰ ਜਸ਼ਨ ਦੇ ਤੌਰ ਤੇ ਮਨਾਉਣਾ ਚਾਹੀਦਾ ਹੈ। ਕਿਸੇ ਨੇ ਲਿਖਿਆ ਡਾਕਟਰ ਕ੍ਰਿਸਚੀਅਨ ਬਰਨਾਰਡ ਨੇ। ਕੁਐਸਚਨ ਆਪਾਂ ਦੇਖਦੇ ਹਾਂ ਇਨ ਵਿਚ ਇੰਸੀਡੈਂਟ ਵਰ ਬਰਨਾਰਡਸ ਗਲੂਮੀ ਥਾਟ ਰੂਟਡ। ਕਿਹੜੀ ਘਟਨਾ ਦੇ ਉੱਤੇ ਜੋ ਬਰਨਾਰਡ ਦੇ ਜੋ ਉਦਾਸੀਨ ਥਾਟ ਨੇ ਉਹ ਆਧਾਰਿਤ ਨੇ? ਹਿਜ਼ ਗਲੂਮੀ ਥਾਟ ਵਰ ਰੂਟਡ ਇਨ ਐਨ ਐਕਸੀਡੈਂਟ। ਉਸਦੇ ਜੋ ਉਦਾਸੀਨ ਥਾਟ ਨੇ ਕਿਸ ਦੇ ਉੱਤੇ ਆਧਾਰਿਤ ਨੇ? ਇੱਕ ਘਟਨਾ ਦੇ ਉੱਤੇ ਆਧਾਰਿਤ ਨੇ ਵਿਚ ਹੀ ਐਂਡ ਹਿਜ਼ ਵਾਈਫ ਵਰ ਹਿੱਟ ਬਾਈ ਅ ਕਾਰ ਐਂਡ ਦੈਨ ਹਸਪੀਟਲਾਈਜ਼ਡ। ਯਾਨੀ ਕਿ ਇੱਕ ਐਕਸੀਡੈਂਟ ਨੇ ਨਰੇਟਰ ਯਾਨੀ ਕਿ ਜੋ ਕ੍ਰਿਸਚੀਅਨ ਬਰਨਾਰਡ ਹੈ ਤੇ ਉਸਦੀ ਵਾਈਫ ਨੂੰ ਹਿੱਟ ਕਰਤਾ ਸੀ ਇੱਕ ਕਾਰ ਦੇ ਦੁਆਰਾ ਤੇ ਉਹਨਾਂ ਨੂੰ ਕਿੱਥੇ ਐਡਮਿਟ ਕਰਵਾਇਆ ਗਿਆ? ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਗਿਆ। ਨੈਕਸਟ ਵਟ ਵਾਜ਼ ਡਾਕਟਰ ਬਰਨਾਰਡ ਫਾਦਰਸ ਐਟੀਟਿਊਡ ਟੂਵਰਡ ਲਾਈਫ। ਡਾਕਟਰ ਬਰਨਾਰਡ ਦੇ ਫਾਦਰ ਦਾ ਲਾਈਫ ਦੇ ਪ੍ਰਤੀ ਕਿਹੋ ਜਿਹਾ ਐਟੀਟਿਊਡ ਸੀ? ਬਰਨਾਰਡਸ ਫਾਦਰ ਬਿਲੀਵਡ ਦੈਟ ਸਫਰਿੰਗ ਇਜ਼ ਗੋਡਸ ਵਿਲ ਟੂ ਟੈਸਟ ਮੈਨ। ਬਰਨਾਰਡ ਦੇ ਫਾਦਰ ਵਿਸ਼ਵਾਸ ਸੀ ਕਿ ਜੋ ਪਰਮਾਤਮਾ ਹੈ, ਜੋ ਗੋਡ ਹੈ, ਉਹ ਇਨਸਾਨ ਨੂੰ ਦੁੱਖ ਮੁਸੀਬਤਾਂ ਦੇ ਕੇ ਉਸਦਾ ਟੈਸਟ ਲੈਂਦਾ ਹੈ ਐਂਡ ਇਟ ਗ੍ਰੇਟ ਅ ਮੈਨ। ਜਿਹੜਾ ਇਸ ਨੂੰ ਪਾਰ ਕਰ ਜਾਂਦਾ ਉਸ ਨੂੰ ਮਤਲਬ ਜੋ ਮਹਾਨ ਹੈ ਉਹ ਬਣਾਉਂਦਾ ਹੈ, ਯਾਨੀ ਕਿ ਉਹ ਮਹਾਨ ਬਣ ਜਾਂਦਾ ਹੈ ਜਿਹੜਾ ਦੁੱਖ ਮੁਸੀਬਤਾਂ ਦੇ ਵਿੱਚੋਂ ਅੱਗੇ ਲੰਘ ਜਾਂਦਾ ਹੈ। ਵਟ ਮੇਡ ਦ ਡਰਾਈਵਰ ਐਂਡ ਦ ਮਕੈਨਿਕ ਚੂਜ਼ ਦੇਅਰ ਰੋਲ। ਕਿਹੜੀ ਚੀਜ਼ ਨੇ ਡਰਾਈਵਰ ਤੇ ਮਕੈਨਿਕ ਨੇ ਆਪਣਾ ਰੋਲ ਚੂਜ਼ ਕੀਤਾ ਹੋਇਆ ਸੀ?
क्यों दे चूज देयर रोल्स बिकॉज द मकैनिक वाज टोटली ब्लाइंड, जो मकैनिक सी वो पूरी तरह ब्लाइंड सी, एंड द ड्राइवर हैड ओनली वन आर्म, तो जो ड्राइवर सी उसकी सिर्फ एक बांह सी। इंपॉर्टेंट क्वेश्चन है ये। अकॉर्डिंग टू डॉक्टर बर्नार्ड व्हाट इज द बिजनेस ऑफ लिविंग, डॉक्टर बर्नार्ड के अकॉर्डिंग जीवन का की अर्थ है, मतलब तो जेकर आप इसका तुम आंसर आ लिख सकते हो, द बिजनेस ऑफ लिविंग इंजॉय इन रियल सेंस इन द वर्ड, जीवन का अर्थ है कि हर एक चीज़ को खुशी के तौर पर मनाना चाहिए है। इट इज़ अ सैलीब्रेशन ऑफ बीइंग अलाइव, हर एक चीज़ को जो जशन के तौर पर आपको सैलीब्रेट है वो करना चाहिए है। नैक्सट, वट डू द पीपल विद ब्रेव एंड पॉजिटिव एटीट्यूड टीच अस, ਜਿਹੜੇ लोग बहादुर होंगे ने पॉजिटिव एटीट्यूड वाले होंगे ने वो सानू की सिखाते हैं। दे टीच अस टू मूव फॉरवर्ड रैदर दैन टू कंप्लेन एंड कराई, वो सानू लाइफ के विच अगे वधना सिखाते हैं, ईवन कि आपां शिकायत जां आपां अपनी लाइफ के विच नहीं चलाना चाहिए, बल्कि दुख मुसीबतों पार करके अगे वधना चाहिए है। नेम द राइटर ऑफ द स्टोरी, किसने लिखी है? डॉक्टर क्रिश्चियन बर्नार्ड। नैक्सट, वट इंट्रोड्यूस्ड डॉक्टर बर्नार्ड टू द सफरिंग ऑफ द चिल्ड्रन, किहड़ी चीज़ उसनू इंट्रोड्यूस करवाती है बच्चों के दुख बारे, डॉक्टर बर्नार्ड नू किहड़ी चीज़ इंट्रोड्यूस करवाती है? ही केम टू नो अबाउट द सफरिंग ऑफ चिल्ड्रन बाय हिज ब्रदर्स डेथ एज ही सफर्ड फ्रॉम एन एबनॉर्मल हार्ट। एबनॉर्मल तुसी उसे ये है जोड़ा वो लिख सकते हो, एबनॉर्मल हार्ट मीनस उसनू किहड़ी चीज़ ने इंट्रोड्यूस करवाया, उसनू बच्चों के दुख बारे किवें पता लग्या, क्योंकि उसका जिहड़ा ब्रदर सी उसकी मौत हो गई सी, क्योंकि जिहड़ा उसका ब्रदर सी वो एक एबनॉर्मल हार्ट, उसके ब्रदर एक एबनॉर्मल हार्ट सी, असाधारण हार्ट सी, जिसों वो पीड़ी सी, ते जिस करके उसके ब्रदर की जो डेथ है वो हो गई सी। क्यों हो गई? सो आप अगले क्वेश्चन च देखते हैं, वाई कुड नॉट बर्नार्ड ब्रदर सर्वाइव, जो डॉक्टर बर्नार्ड का जो ब्रदर सी वो क्यों नहीं बच सकिया, क्यों नहीं सर्वाइव कर सकिया? ही कुड नॉट सर्वाइव बिकॉज, तुसी सोफिस्टिकेटेड की थां ते जो प्रॉपर लिख सकते हो PROPER, प्रॉपर सर्जिकल ट्रीटमेंट वाज नॉट अवेलेबल टू हिम एट दैट टाइम, उसका भरा क्यों नहीं बच सकिया? क्योंकि उस टाइम जो सर्जिकल ट्रीटमेंट सी, यानी कि जो इलाज सी उस टाइम अवेलेबल नहीं सी। नेक्स्ट, वाई डज डॉक्टर बर्नार्ड कंसीडर द सफरिंग ऑफ द चिल्ड्रन हार्ट ब्रेकिंग, मतलब डॉक्टर बर्नार्ड ने अजिहा क्यों सोचा जिहड़े चिल्ड्रन का दुख सी वो दिल तोड़न वाला सी? बिकॉज दे हैव टोटल फेथ इन द एबिलिटी ऑफ डॉक्टर्स एंड नर्स टू क्यूर दैम, क्योंकि उसनू पूरा विश्वास सी किस दे उत्ते डॉक्टरां दी एबिलिटी दे उत्ते ते नर्सां दे उत्ते कि इन्हां ने पूरे बच्चों की जो केयर है वो की होएगी। तो यह डॉक्टर क्रिश्चियन बर्नार्ड द सैलीब्रेशन ऑफ बीइंग इन सैलीब्रेशन ऑफ बीइंग लाइफ वो चैप्टर अपना कंप्लीट हो गया। नैक्सट आप बढ़ते हाँ, उम्मीद करदा कि तुसी जुड़े होंगे इस चैप्टर के विच लास्ट तक। आप देखते हैं उस तो बाद वन सैकेंड, यस, जेकर आप देखिए कि लिस्ट फ्यू की मैंबर्स ऑफ द गदर पार्टी, जो फ्यू मैंबर ने वो आपने दसने ने कि गदर पार्टी के फ्यू मैंबर्स किहड़े किहड़े सी। जेकर आप देखिए वन सैकेंड, यस यस यस, हाँ, की मैंबर सी वो किहड़े किहड़े सी? सम ऑफ द की मैंबर्स ऑफ द गदर पार्टी लाला हरदयाल, वीजी पिंगले, बाबा निदान सिंह, बाबा सोहन सिंह भकना ते करतार सिंह सराबा, ये गदर पार्टी के इंपोर्टेंट मैंबर सी। आप जो 10th चैप्टर है उसकी गल कर रहे हाँ। गदरी बाबा सिंह काला पानी जेल जो मेन कोर्स का लास्ट चैप्टर है। वट वॉज द मोड ऑफ टॉर्चरिंग ब्रेव फाइटर्स बाय द ब्रिटिश गवर्नमेंट, मतलब जो ब्रिटिश गवर्नमेंट के द्वारा जो फाइटर सी, ब्रेव फाइटर सी, उन्होंने किमें टॉर्चर किया जाता सी? दे वर फोर्स टू वर्क एट द ऑयल मिल, उन्होंने फोर्स किया जाता सी ऑयल मिल के काम करने के लिए। एंड विपड इन पब्लिक, ते पब्लिक लैशिज मारे जाते सी, जो बैंत होंगे वो मारे जाते सी।
ਦੇ ਵਰ ਆਲਸੋ ਕੈਪਟ ਇਨ ਡਰਟੀ ਸੈਲਸ, ਤੇ ਉਹਨਾਂ ਨੂੰ ਗੰਦੇ ਗੰਦੇ ਸੈੱਲਾਂ ਦੇ ਵਿੱਚ ਰੱਖਿਆ ਜਾਂਦਾ ਸੀ। ਯਾਨੀ ਕਿ ਕਾਲਾ ਪਾਣੀ ਜੇਲ੍ਹ ਦੇ ਵਿੱਚ 690 ਸੈੱਲ ਬਣੇ ਹੋਏ ਸੀ, ਯਾਨੀ ਕਿ 690 ਰੂਮ ਬਣੇ ਹੋਏ ਸੀ। ਇੱਕ ਸੈੱਲ ਦੇ ਵਿੱਚ ਸਿਰਫ ਇੱਕ ਕੈਦੀ ਨੂੰ ਹੀ ਰੱਖਿਆ ਜਾਂਦਾ ਸੀ। ਕਿਉਂ? ਕਿਉਂਕਿ ਉਹ ਜੋ ਕ੍ਰਾਂਤੀਕਾਰੀ ਨੇ, ਜੋ ਫਰੀडम फाइटर ਨੇ, ਉਹ ਆਪਸ ਦੇ ਵਿੱਚ ਕੋਈ ਵੀ ਜੋ ਐਕਟੀਵਿਟੀਜ਼ ਨੇ ਉਹ ਨਾ ਕਰ ਸਕਣ। ਸੋ ਨੈਕਸਟ ਦੇਖਦੇ ਹਾਂ, ਰਾਈਟ ਦਾ ਅਦਰ ਟੂ ਨੇਮਸ ਫॉर ਸੈਲੂਲਰ ਜੇਲ। ਸੈਲੂਲਰ ਜੇਲ ਦੇ ਅਦਰ ਨੇਮ ਕਿਹੜੇ ਕਿਹੜੇ ਨੇ? ਕਾਲਾ ਪਾਣੀ ਤੇ ਡੈਵਿਲਸ ਆਈਲੈਂਡ। ਓਕੇ ਜੀ। ਵਟ ਵਰ ਦਾ ਫਿਜ਼ੀਕਲ ਕੰਡੀਸ਼ਨ ਆਫ ਦਾ ਸੈਲੂਲਰ ਜੇਲ। ਸੈਲੂਲਰ ਜੇਲ ਦੀ ਫਿਜ਼ੀਕਲ ਕੰਡੀਸ਼ਨ ਕਿਹੋ ਜਿਹੀ ਸੀ? ਦਾ ਸੈਲੂਲਰ ਜੇਲ ਵਾਜ਼ ਵੈਰੀ ਡਰਟੀ, ਬਹੁਤ ਗੰਦੀ ਸੀ। ਇਟ ਵਾਜ਼ ਫੁੱਲ ਆਫ ਮੌਸਕਿਊਟਸ, ਮੱਛਰਾਂ ਨਾਲ ਭਰੀ ਹੋਈ ਸੀ। ਐਂਡ ਲੀਚੀਜ਼, ਲੀਚੀਜ਼ ਹੁੰਦੇ ਜੌਕ, ਜੋ ਖੂਨ ਚੂਸਣ ਵਾਲੇ ਭੂੰਡ ਜਿਹੇ ਹੁੰਦੇ, ਉਸ ਨੂੰ ਆਪਾਂ ਲੀਚੀਜ਼ ਕਹਿੰਦੇ ਹਾਂ। ਨੈਕਸਟ, ਹੂ ਵਰ ਦਾ ਚੀਫ ਗਵਰਨਿੰਗ ਆਫੀਸ਼ੀਅਲ ਇਨ ਦਾ ਸੈਲੂਲਰ ਜੇਲ। ਸੈਲੂਲਰ ਜੇਲ ਦੇ ਵਿੱਚ ਜੋ ਚੀਫ ਗਵਰਨਿੰਗ ਆਫੀਸ਼ੀਅਲ ਸੀ ਕਿਹੜੇ ਕਿਹੜੇ ਸੀ? ਜੋ ਜੇਲਰ ਸੀ ਉਹ ਡੇਵਿਡ ਬੈਰੀ ਸੀ, ਤੇ ਸੁਪਰਡੈਂਟ ਮੂਰੇ ਸੀ, ਤੇ ਹੋਰ ਵੀ ਚੀਫ ਕਮਿਸ਼ਨਰ ਸੀ। ਹਾਊ ਵਰ ਦਾ ਕਨਵਿਕਟਸ ਪਨਿਸ਼ਡ ਵੈਨ ਦੇ ਫੇਲਡ ਟੂ ਵਰਕ ਪ੍ਰੋਪਰਲੀ। ਜਿਹੜੇ ਕੈਦੀ ਹੁੰਦੇ ਸੀ, ਜੇਕਰ ਉਹ ਕਿਸੇ ਕੰਮ ਨੂੰ ਕਰਨ ਦੇ ਵਿੱਚ ਫੇਲ ਹੋ ਜਾਂਦੇ ਸੀ ਤਾਂ ਉਸ ਨੂੰ ਕੀ ਸਜ਼ਾ ਦਿੱਤੀ ਜਾਂਦੀ ਸੀ? ਵੈਨ ਦਾ ਕਨਵਿਕਟਸ ਫੇਲਡ ਟੂ ਵਰਕ ਪ੍ਰੋਪਰਲੀ ਦੇ ਵਰ ਅਬਿਊਜ਼, ਉਹਨਾਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਸੀ। ਐਂਡ ਗਿਵਨ 30 ਵਿਪ ਲੈਸ਼ਿਜ਼ ਇਨ ਪਬਲਿਕ, ਤੇ ਉਹਨਾਂ ਦੇ ਜੋ 30 ਬੈਂਤ ਨੇ ਉਹ ਮਾਰੇ ਜਾਂਦੇ ਸੀ। ਤੇ ਜਿਹੜੇ ਕਈ ਕੈਦੀ ਦਾ 4-5 ਬੈਂਤ ਦੇ ਨਾਲ ਹੀ ਕੀ ਹੋ ਜਾਂਦੇ ਸੀ? ਬੇਹੋਸ਼ ਹੋ ਜਾਂਦੇ ਸੀ, ਕਿਉਂਕਿ ਪੂਰਾ ਨੰਗਾ ਕਰਕੇ, ਉਸ ਪੂਰੇ ਨੰਗੇ ਕਰਕੇ ਜੋ ਬੈਂਤ ਨੇ ਉਹ ਫਿਰ ਮਾਰੇ ਜਾਂਦੇ ਸੀ। ਨੈਕਸਟ, ਹੂ ਵਰ ਐਡਰਸਡ ਐਜ਼ ਡੈਮੀਗੋਡਸ ਐਂਡ ਵਾਈ। ਯਾਨੀ ਕਿ ਜੋ ਅਰਧ ਦੇਵਤਾ ਹੈ, ਡੈਮੀਗੋਡ ਕਿਸ ਨੂੰ ਕਿਹਾ ਗਿਆ ਹੈ ਤੇ ਕਿਉਂ? ਦਾ ਵਾਰਡਰਸ, ਪੈਟੀ ਆਫੀਸਰਸ ਐਂਡ ਜਮਾਦਾਰਸ ਵਰ ਕਾਲਡ ਡੈਮੀਗੋਡਸ। ਵਾਰਡਰਸ ਜਿਹੜੇ ਮਤਲਬ ਜੇਲ੍ਹ ਨੂੰ ਹੈਂਡਲ ਕਰਦੇ ਨੇ, ਪੈਟੀ ਆਫੀਸਰ ਛੋਟੇ ਆਫੀਸਰ, ਤੇ ਜਮਾਦਾਰਸ, ਇਹਨਾਂ ਨੂੰ ਡੈਮੀਗੋਡਸ ਕਿਹਾ ਗਿਆ। ਕਿਉਂ? ਕਿਉਂਕਿ ਇਹ ਜੋ ਨਵੇਂ ਕੈਦੀ ਆਉਂਦੇ ਸੀ ਉਹਨਾਂ ਦੇ ਨਾਲ ਜੋ ਬੈਡ ਟ੍ਰੀਟਮੈਂਟ ਹੈ ਉਹ ਕਰਦੇ ਸੀ। ਵਟ ਵਾਜ਼ ਦਾ ਮੰਤਰਾ ਆਫ ਗਦਰੀਜ਼ ਰਾਈਟ ਇਨ ਦਾ ਬਿਗਨਿੰਗ ਆਫ ਦੇਅਰ ਕਨਵਿਕਸ਼ਨ ਪੀਰੀਅਡ। ਜੋ ਗਦਰੀ ਬਾਬੇ ਸੀ ਉਹਨਾਂ ਦਾ ਜਦੋਂ ਉਹਨਾਂ ਨੂੰ ਸਜ਼ਾ ਦੇ ਲਈ ਜੇਲ੍ਹ 'ਚ ਭੇਜਿਆ ਗਿਆ ਤਾਂ ਸਟਾਰਟਿੰਗ ਦੇ ਵਿੱਚ ਉਹਨਾਂ ਦਾ ਕੀ ਮੰਤਰ ਸੀ ਗਦਰੀ ਬਾਬਿਆਂ ਦਾ? ਦੇਅਰ ਮੰਤਰਾ ਵਾਜ਼ ਨੋਟ ਟੂ ਸਫਰ ਐਨੀ ਇਨਸਲਟ। ਉਹਨਾਂ ਨੇ ਸੋਚਿਆ ਕਿ ਅਸੀਂ ਕਿਸੇ ਵੀ ਇਨਸਲਟ ਦਾ ਸਾਹਮਣਾ ਹੈ ਜਿਹੜਾ ਉਹ ਨਹੀਂ ਕਰਾਂਗੇ। ਮੀਨਸ ਤੁਸੀਂ ਪੇਪਰ ਦੇ ਵਿੱਚ ਦਾ ਮੰਤਰਾ ਤੋਂ ਲੈ ਕੇ ਪੀਰੀਅਡ ਦੇ ਵਿੱਚ ਲਿਖ ਸਕਦੇ ਹੋ, ਮਤਲਬ ਪੀਰੀਅਡ ਤੱਕ ਲਿਖ ਸਕਦੇ ਹੋ, ਦੈਨ ਉਸ ਤੋਂ ਬਾਅਦ ਆਹ ਤੁਸੀਂ ਲਾਈਨ ਐਡ ਕਰ ਦਿਓ। ਨੈਕਸਟ, ਵਾਈ ਵਾਜ ਜੋਤਿਸ਼ ਚੰਦਰਪਾਲ ਰਿਮੂਵਡ ਟੂ ਅ ਮੈਂਟਲ ਹਸਪੀਟਲ। ਜਿਹੜਾ ਜੋਤਿਸ਼ ਚੰਦਰਪਾਲ ਸੀ ਉਸ ਨੂੰ ਮੈਂਟਲ ਹਸਪੀਟਲ ਦੇ ਵਿੱਚ ਕਿਉਂ ਰਿਮੂਵ ਕਰਵਾਇਆ ਗਿਆ? ਉਹਨਾਂ ਲੌਂਗ ਹੰਗਰ ਸਟ੍ਰਾਈਕ, ਜੋਤਿਸ਼ ਚੰਦਰਪਾਲ ਰਿਫਿਊਜ਼ ਟੂ ਰਿਲੈਂਟ ਐਂਡ ਆਫਟਰ ਅ ਮੰਥ ਹੀ ਵੈਲ ਟੋਟਲੀ ਮੈਡ। ਲੰਬੀ ਹੜਤਾਲ ਕਰਨ ਤੋਂ ਬਾਅਦ ਉਸਨੇ ਜੋ ਬ੍ਰਿਟਿਸ਼ ਗਵਰਨਮੈਂਟ ਦੇ ਜੋ ਅਧਿਕਾਰੀ ਉਹਨਾਂ ਦੇ ਜੋ ਰੂਲਸ ਐਂਡ ਰੈਗੂਲੇਸ਼ਨ ਸੀ ਉਸ ਨੂੰ ਮੰਨਣ ਤੋਂ ਇਨਕਾਰ ਕਰਤਾ, ਤੇ 1 ਮਹੀਨੇ ਬਾਅਦ ਉਹ ਪੂਰੀ ਤਰ੍ਹਾਂ ਕੀ ਹੋ ਗਿਆ ਸੀ? ਜੋ ਪਾਗਲ ਹੈ ਉਹ ਹੋ ਗਿਆ ਸੀ। ਵਾਈ ਡਿਡ ਜੇਲ ਅਥਾਰਟੀ ਡਿਸਕੰਟੀਨਿਊ ਸਮ ਆਫ देयर ਪ੍ਰੈਕਟਿਸ ਆਫ ਬੈਡ ਟ੍ਰੀਟਮੈਂਟ। ਜੋ ਜੇਲ੍ਹ ਅਥਾਰਟੀ ਨੇ ਜੋ ਬੈਡ ਟ੍ਰੀਟਮੈਂਟ ਕੀਤੇ ਜਾਂਦੇ ਸੀ ਜੇਲ੍ਹ ਦੇ ਵਿੱਚ ਉਹ ਕਿਉਂ ਬੰਦ ਕਰਤੀ? ਦ ਲੌਂਗ ਹੰਗਰ ਸਟ੍ਰਾਈਕ ਫੋਰਸਡ ਦ ਜੇਲ ਅਥਾਰਟੀ ਟੂ ਡਿਸਕੰਟੀਨਿਊ ਸਮ ਆਫ ਦ ਪ੍ਰੈਕਟਿਸ ਆਫ ਬੈਡ ਟ੍ਰੀਟਮੈਂਟ। ਯਾਨੀ ਕਿ ਲੰਬੀਆਂ ਭੁੱਖ ਹੜਤਾਲਾਂ ਕਰਨ ਲੱਗੇ ਜੋ ਗਦਰੀ ਬਾਬੇ ਸੀ, ਜੋ ਫਰੀडम फाइटर ਸੀ, ਜਿਸ ਕਰਕੇ ਜੇਲ੍ਹ ਅਥਾਰਟੀ ਨੂੰ ਆਪਣੇ ਜੋ ਬੈਡ ਟ੍ਰੀਟਮੈਂਟ ਨੇ ਉਹ ਕੀ ਕਰਨੇ ਪਏ? ਰੱਦ ਨੇ ਜਿਹੜੇ ਉਹ ਕਰਨੇ ਪਏ। ਇਹ ਆਪਣੇ ਸਾਰੇ 2 ਮਾਰਕਸ ਦੇ ਕੁਐਸਚਨ ਨੇ 4 ਚੈਪਟਰਾਂ ਦੇ, ਉਹ ਕਵਰ ਹੋ ਗਏ। ਹੁਣ ਆਪਾਂ ਜੋ ਲੌਂਗ ਕੁਐਸਚਨ ਹੈ ਉਹ ਦੇਖਦੇ ਹਾਂ ਜੋ ਕਿ 4 ਮਾਰਕਸ ਦਾ ਰਹਿਣ ਵਾਲਾ ਹੈ। ਪਹਿਲਾਂ ਆਪਾਂ ਦੇਖਦੇ ਹਾਂ ਹੈਲਨ ਕੇਲਰ ਦਾ ਦ ਸਟੋਰੀ ਆਫ ਮਾਈ ਲਾਈਫ ਚੈਪਟਰ ਹੈ, ਉਹ ਆਪਾਂ ਦੇਖਦੇ ਹਾਂ। ਯੈਸ, ਦ ਚੈਪਟਰ ਦ ਸਟੋਰੀ ਆਫ ਮਾਈ ਲਾਈਫ ਇਜ਼ ਬੇਸਡ ਔਨ ਹੈਲਨ ਕੇਲਰਜ਼ ਲਾਈਫ। ਜਿਹੜਾ ਇਹ ਚੈਪਟਰ ਹੈ ਇਹ ਕਿਸ ਦੇ ਬੇਸ ਦੇ ਉੱਤੇ ਹੈ? ਹੈਲਨ ਕੇਲਰ ਦੀ ਲਾਈਫ ਦੇ ਉੱਤੇ। ਐਨੇ ਮੈਨਸਫੀਲਡ ਵਾਜ ਹੈਲਨ ਕੇਲਰਜ਼ ਟੀਚਰ। ਜੋ ਐਨੇ ਮੈਨਸਫੀਲਡ ਸੀ ਉਹ ਹੈਲਨ ਕੇਲਰ ਦੀ ਟੀਚਰ ਸੀ। ਹੈਲਨ ਕੇਲਰ ਬਿਕੇਮ ਬਲਾਈਂਡ ਐਂਡ ਡੈਫ ਐਟ ਦ ਏਜ ਆਫ 19 ਮੰਥ। ਹੈਲਨ ਕੇਲਰ ਬਲਾਈਂਡ ਤੇ ਡੈਫ ਹੋ ਗਈ ਸੀ ਜਦੋਂ ਉਹ 19 ਮਹੀਨਿਆਂ ਦੀ ਸੀ। ਹਰ ਲਾਈਫ ਵਾਜ਼ ਫੁੱਲ ਆਫ ਡਾਰਕਨੈਸ। ਉਸਦੀ ਲਾਈਫ ਹੈ ਜਿਹੜੀ ਪੂਰੀ ਹਨੇਰੇ ਦੇ ਨਾਲ ਭਰ ਗਈ। ਬਟ ਹਰ ਟੀਚਰ ਫਿਲਡ ਇਟ ਵਿਦ ਹੋਪ ਐਂਡ ਲਵ।
पर उसकी टीचर ने उसके अंदर जो उम्मीद है, जो प्यार है, वो भरिया। शी हैल्पड हैलन टू कम्यूनीकेट, तो उसने हैलन नू कम्यूनीकेट करन दे विच मदद की। द फर्स्ट वर्ड दैट हैलन लर्नट वॉज डॉल। सब तो पहले वर्ड किहड़ा सीखिया हैलन ने? डॉल। बोथ हैलन एंड एने नैवर लॉस्ट होप एंड पेशेंस। ते हैलन ते एने जो उसकी टीचर थी कदे भी उम्मीद ते पेशेंस नहीं खोया। दे कैप्ट ट्राइंग, वो हमेशा कोशिश करते रहे। हैलन केलर इज़ अ रोल मॉडल फॉर ऑल ऑफ अस, तो हैलन केलर साडे लई रोल मॉडल है, वो है हमेशा दे रही हैगी है ते रहन वाली है। मीनस तुसी जो क्वेश्चन आपां ने उत्तों कीते ने, तो तुसी वो लाइनां भी ऐड कर सकते हो, चाहे तुहानूं चैप्टर दे विच किसी का भी करैक्टर स्कैच आ जाए या थीम आ जाए, तो तुसी इसनूं लिख सकते हो। नैक्सट उस तो बाद आप बढ़ते हाँ, ड्रॉ ब्रीफ करैक्टर स्कैच ऑफ द टू बॉयज इन द स्टोरी, जो टू जेंटलमैन ऑफ वरोना का है ये। आप देखते हाँ, दिस इंटरस्टिंग स्टोरी इज़ रिटन बाय ए.जे. क्रोनिन। जी ये इंटरस्टिंग स्टोरी है, किने लिखी है? ए.जे. क्रोनिन ने। दिस इज़ अ स्टोरी ऑफ टू ब्रदर्स एंड देयर सिस्टर। ये स्टोरी दो ब्रदर ते उन्हां दी भैन दी है। द एल्डर ब्रदर निकोला वाज 13 ईयर्स, जो बड़ा ब्रदर सी निकोला वो 13 सालों का सी। जकोपो वाज 12 ईयर्स ओल्ड, जो जकोपो सी वो 12 सालों का सी। दे वर मदरलैस, उन्हां दी मां नहीं सी। देयर फादर वाज किल्ड इन अ वार, उसका जो फादर सी वो युद्ध दे विच मारिया गया सी। ए बंब डिस्ट्रॉयड देयर हाउस, एक बंब ने उन्होंने घर नूं की करता? तबाह करता। सो दे बिकेम होमलैस एंड ऑरफन, जिसके करके वो बेगर हो गए ते अनाथ हो गए। देयर सिस्टर लूसिया वाज सफरिंग फ्रॉम ट्यूबरकोलसिस ऑफ स्पाइन, उसकी जो भैन सी लूसिया उसनों की हो गया? ट्यूबरकोलसिस हो गया। द राइटर मैट दैम इन वेरोना, जो राइटर है ए.जे. क्रोनिन उन्होंने वेरोना दे विच मिलता है टू ब्रदर्स नूं, निकोला ते जकोपो नूं। दे वर वैरी पुअर, वो बहुत ज़्यादा गरीब सी। बट दे डिड नॉट बिकम बैगर्स, पर वह भिखारी नहीं बने। दे पॉलिश शूज़, सोल्ड फ्रूट, न्यूज़पेपर, वर्कड एज गाइड्स एक्सैक्ट्रा। उन्होंने शूज़ पॉलिश किए, न्यूज़पेपर बेचे, फ्रूट बेचे, गाइड्स एज अ गाइड्स के तौर पर काम किया। दे वर्कड हार्ड टू पे फॉर द ट्रीटमेंट ऑफ देयर सिस्टर हू वाज सफरिंग फ्रॉम ट्यूबरकोलसिस ऑफ द स्पाइन। उसकी भैन जो ट्यूबरकोलसिस की बीमारी तो पीड़ी सी, यानी कि रीढ़ की हड्डी के जो टीबी है वो हो गया सी, तो उसके लिए उसके ट्रीटमेंट दे लिए यानी कि पे करने के लिए जो इन्नी सख्त मेहनत सी वो कर रही सी। द स्टोरी कन्वे द मैसेज ऑफ लव, डिवोशन एंड सैल्फलैसनैस। तो इस स्टोरी के विच आपां नूं की मैसेज दस्सिया? लव, डिवोशन ते निस्वार्थ वो दस्सिया है। नैक्सट जो अगले चैप्टर आप लॉन्ग क्वेश्चन देखते हाँ, अगला अपने को है इन सैलीब्रेशन ऑफ बीइंग अलाइव। यस, डॉक्टर क्रिश्चियन बर्नार्ड created history in the field of medicine with his attempt to transplant the human heart। जो डॉक्टर क्रिश्चियन बर्नार्ड सी उसने जो मेडिसन के खेत्र के इतिहास रचिया, इसने जो ह्यूमन का जो हार्ट है उसनों ट्रांसप्लांट किया सी। दिस पैसेज हैज़ बीन कंडेंस फ्रॉम हिज स्पीच। ਜਿਹੜਾ ਇਹ ਪੈसेज है यानी कि जो चैप्टर लिखा गया उसकी स्पीच तो लिता गया है, किते ये जो स्पीच है डिलीवर कर रहे सी तो उत्थे पैसेज लिता गया है। ही टॉक्स अबाउट द लैसन ही टुक फ्रॉम टू ब्रेव यंगस्टर अबाउट द बिजनेस ऑफ लिविंग। यानी कि उसने इस स्पीच के दस्या कि उसने दो जो नौजवान मुंडे सी उन्हां तो लैसन सीखिया कि जीवन का असली अर्थ की है। दोज हू हैव a brave and positive attitude in life move forward in spite of physical suffering। ਤਾਂ ਉਸਨੇ ਉਹਨਾਂ ਤੋਂ ਸਿੱਖਿਆ ਕਿ ਜਿਹੜੇ ਬਹਾਦਰ ਹੁੰਦੇ ਨੇ, ਪੋਜ਼ਿਟਿਵ ਐਟੀਟਿਊਡ ਵਾਲੇ ਹੁੰਦੇ ਨੇ, ਉਹ ਲਾਈਫ ਦੇ ਵਿੱਚ ਅੱਗੇ ਵੱਧਦੇ ਨੇ, ਚਾਹੇ ਉਹ ਜਿੰਨਾ ਮਰਜ਼ੀ ਫਿਜ਼ੀਕਲ ਮੁਸ਼ਕਿਲ ਆ ਜਾਏ ਜਾਂ ਹੋਰ ਕੋਈ ਮਰਜ਼ੀ ਮੁਸ਼ਕਿਲ ਆ ਜਾਏ, ਪਰ ਉਹ ਲਾਈਫ ਦੇ ਵਿੱਚ ਹਮੇਸ਼ਾ ਅੱਗੇ ਵੱਧਦੇ ਨੇ। ਇੰਸਟੈਡ ਆਫ ਕਰਾਈਂਗ ਔਰ ਕੰਪਲੇਨਿੰਗ ਸੱਚ ਪੀਪਲ ਡੈਫੀ ਆਲ ਪੇਨ ਔਰ ਐਗੋਨੀ ਐਂਡ ਬਿਕਮ एन एग्जाम्पल फॉर अदर्स। यानी कि जो अगे बढ़न वाले होंगे ने, पॉजिटिव एटीट्यूड वाले होंगे ने, वो लाइफ के शिकायत नहीं करते, ना चिल्लाते, बल्कि सारे दर्द को झल के दूजे के लिए की बन जाते हैं, जो एग्जाम्पल है वो बन जाते हैं। दे टीच
ਦੇ ਟੀਚ ਯੂ ਦਾ ਰੀਅਲ ਆਰਟ ਆਫ ਲਿਵਿੰਗ। ਤੇ ਉਹ ਸਾਨੂੰ ਸਿਖਾਉਂਦੇ ਨੇ ਵੀ ਸਹੀ ਮਾਇਨੇ ਦੇ ਵਿੱਚ ਜਿਉਣ ਦੀ ਕਲਾ ਕੀ ਹੈ। ਤਾਂ ਹਮੇਸ਼ਾ ਆਪਾਂ ਨੂੰ ਖੁਸ਼ ਰਹਿਣਾ ਚਾਹੀਦਾ ਹੈ, ਚਾਹੇ ਸੁੱਖ ਹੈ ਦੁੱਖ ਹੈ, ਆਪਾਂ ਨੂੰ ਹਰ ਇੱਕ ਚੀਜ਼ ਨੂੰ ਜਸ਼ਨ ਦੇ ਤੌਰ ਤੇ ਮਨਾਉਣਾ ਚਾਹੀਦਾ ਹੈ। ਤੇ ਉਮੀਦ ਕਰ ਰਹੇ ਕਿ ਤੁਸੀਂ ਜੁੜੇ ਹੋਵੋਗੇ ਮੇਰੇ ਨਾਲ ਤੇ ਤੁਹਾਨੂੰ ਸਮਝ ਆ ਰਿਹਾ ਹੋਵੇਗਾ। ਸੋ ਨੈਕਸਟ ਆਪਾਂ ਲਾਸਟ ਜੋ ਚੈਪਟਰ ਹੈ ਗਦਰੀ ਬਾਬਾਜ਼ ਉਸਦਾ ਲੌਂਗ ਕੁਐਸਚਨ ਬਾਰੇ ਆਪਾਂ ਦੇਖਦੇ ਹਾਂ। ਰਾਈਟ ਅ ਬਰੀਫ ਵਟ ਯੂ ਨੋ ਅਬਾਊਟ ਦਾ ਗਦਰ ਪਾਰਟੀ। ਗਦਰ ਪਾਰਟੀ ਬਾਰੇ ਦੱਸਣਾ ਆਪਾਂ ਨੇ। ਦਾ ਗਦਰ ਪਾਰਟੀ ਯੈਸ ਦ ਗਦਰ ਪਾਰਟੀ ਵਾਜ਼ ਫਾਊਂਡਡ ਬਾਈ ਦਾ ਪੰਜਾਬੀ ਇੰਡੀਅਨਸ ਇਨ USA ਐਂਡ ਕੈਨੇਡਾ। ਜੋ ਗਦਰ ਪਾਰਟੀ ਸੀ ਉਹ ਫਾਊਂਡ ਕੀਤੀ ਗਈ ਸੀ ਪੰਜਾਬੀ ਇੰਡੀਅਨਸ ਦੇ ਦੁਆਰਾ USA ਤੇ ਕੈਨੇਡਾ ਦੇ ਵਿੱਚ। ਦ ਇੰਪੋਰਟੈਂਟ ਮੈਂਬਰਸ ਵਰ ਲਾਲਾ ਹਰਦਿਆਲ, ਬਾਬਾ ਸੋਹਣ ਸਿੰਘ ਭਕਨਾ, BG ਪਿੰਗਲੇ ਐਂਡ ਮੈਨੀ ਮੋਰ। ਇਹ ਸਾਰੇ ਇੰਪੋਰਟੈਂਟ ਮੈਂਬਰ ਸੀ। ਦੇਅਰ ਏਮ ਵਾਜ਼ ਟੂ ਫਰੀ ਇੰਡੀਆ ਫਰੋਮ ਬ੍ਰਿਟਿਸ਼ ਰੂਲ। ਉਹਨਾਂ ਦਾ ਏਮ ਕੀ ਸੀ? ਬ੍ਰਿਟਿਸ਼ ਰੂਲ ਤੋਂ ਇੰਡੀਆ ਨੂੰ ਆਜ਼ਾਦ ਕਰਵਾਉਣਾ। ਦੇ ਰਿਵੋਲਟ ਫੇਲਡ ਇਨ 1915, ਪਰ ਉਹਨਾਂ ਦਾ ਵਿਦਰੋਹ ਹੈ ਜਿਹੜਾ ਫੇਲ ਹੋ ਗਿਆ 1915 ਦੇ ਵਿੱਚ ਗਦਰੀ ਬਾਬਿਆਂ ਦਾ। ਦੇਅਰ ਮੂਵਮੈਂਟ ਵਾਜ਼ ਕਰਸ਼ਡ ਬਾਈ ਦਾ ਬ੍ਰਿਟਿਸ਼ ਗਵਰਨਮੈਂਟ। ਉਹਨਾਂ ਦੇ ਮੂਵਮੈਂਟ ਨੂੰ ਦਬਾ ਦਿੱਤਾ ਗਿਆ ਕਿਸ ਦੇ ਦੁਆਰਾ? ਬ੍ਰਿਟਿਸ਼ ਗਵਰਨਮੈਂਟ ਦੇ ਦੁਆਰਾ। all the members were kept in a special jail called the cellular jail। ਸਾਰੇ ਮੈਂਬਰਸ ਨੂੰ ਕਿੱਥੇ ਰੱਖਿਆ ਗਿਆ? ਸਪੈਸ਼ਲ ਜੇਲ੍ਹ ਯਾਨੀ ਕਿ ਸੈਲੂਲਰ ਜੇਲ੍ਹ ਦੇ ਵਿੱਚ ਰੱਖਿਆ ਗਿਆ। ਦਿਸ ਜੇਲ੍ਹ ਵਾਜ਼ ਆਲਸੋ ਨੋਨ ਐਜ਼ ਕਾਲਾ ਪਾਣੀ ਜੇਲ੍ਹ। ਇਸ ਨੂੰ ਆਪਾਂ ਕਾਲਾ ਪਾਣੀ ਜੇਲ੍ਹ ਦੇ ਤੌਰ ਤੇ ਵੀ ਜਾਣਦੇ ਹਾਂ। ਦੇ ਵਰ ਟ੍ਰੀਟਲੀ ਵੈਰੀ ਬੈਡਲੀ ਦੇਅਰ। ਇਹਨਾਂ ਦੇ ਨਾਲ ਪੂਰਾ ਬੇਕਾਰ ਜੋ ਪੂਰਾ ਬੁਰਾ ਵਰਤਾਓ ਹੈ ਉਹ ਕੀਤਾ ਜਾਂਦਾ ਸੀ। ਦੇ ਵਰ ਫੋਰਸ ਟੂ ਡੂ ਹਾਰਡ ਜੌਬਸ। ਇਹਨਾਂ ਨੂੰ ਫੋਰਸ ਕੀਤਾ ਜਾਂਦਾ ਸੀ ਸਖਤ ਮਿਹਨਤ ਕਰਨ ਦੇ ਲਈ। ਦੇ ਵਰ ਗਿਵਨ ਬੈਡ ਫੂਡ। ਬਹੁਤ ਬੇਕਾਰ ਖਾਣਾ ਦਿੱਤਾ ਜਾਂਦਾ ਸੀ। ਮੈਨੀ ਵਰ ਹੈਂਗ ਟੂ ਡੈਥ। ਕਈਆਂ ਨੂੰ ਤਾਂ ਮੌਤ ਦੇ ਘਾਟ ਉਤਾਰਤਾ, ਫਾਂਸੀ ਦੀ ਸਜ਼ਾ ਦੇਤੀ। ਬਟ ਦੇ ਆਲ ਵਰ ਰੈਡੀ ਟੂ ਡਾਈ ਫੋਰ ਦੇਅਰ ਮਦਰਲੈਂਡ ਇੰਡੀਆ। ਪਰ ਸਾਰੇ ਆਪਣੀ ਮਾਤਰ ਭੂਮੀ ਦੇ ਮਰਨ ਦੇ ਲਈ ਕਿ ਸਾਰੇ ਤਿਆਰ ਸੀ। ਇਹ ਆਪਣਾ ਗਦਰ ਪਾਰਟੀ ਦਾ ਜੋ ਲੌਂਗ ਕੁਐਸਚਨ ਸੀ ਉਹ ਹੋ ਗਿਆ। ਤੁਹਾਨੂੰ ਗਦਰ ਪਾਰਟੀ ਬਾਰੇ ਆ ਜੇ ਤਾਂ ਤੁਸੀਂ ਇਹ ਕੁਐਸਚਨ ਹੈ ਜਿਹੜਾ ਲਿਖ ਸਕਦੇ ਹੋ। ਨੈਕਸਟ ਆਪਾਂ ਅੱਗੇ ਵਧਦੇ ਹਾਂ। ਜੋ 3 ਸੈਂਟਰਲ ਆਈਡੀਆ ਨੇ ਤੇ ਇਹਦੇ ਵਿੱਚ 2 ਡੈਫੀਨੇਟਲੀ ਆਉਣਗੇ। 3 ਮਾਰਕਸ ਦਾ ਪੱਕਾ ਰਹਿਣ ਵਾਲਾ ਹੈ। ਚਾਹੇ ਤੁਹਾਨੂੰ ਸਮਰੀ ਆ ਜੇ, ਚਾਹੇ ਥੀਮ ਆ ਜੇ, ਕੁਛ ਵੀ ਆ ਜੇ ਤਾਂ ਤੁਸੀਂ ਇਹ ਲਿਖ ਸਕਦੇ ਹੋ। ਫਾਦਰ ਰਿਟਰਨਿੰਗ ਹੋਮ ਕਿਸ ਨੇ ਲਿਖਿਆ? ਦਲੀਪ ਚਿਤਰੇ ਨੇ ਲਿਖਿਆ ਹੈ। ਫਾਦਰ ਰਿਟਰਨਿੰਗ ਹੋਮ ਇਜ਼ ਅ ਬਿਊਟੀਫੁਲ ਪੋਇਮ। ਇੱਕ ਬਿਊਟੀਫੁਲ ਪੋਇਮ ਹੈ। ਇਟ ਇਜ਼ ਰਿਟਨ ਬਾਈ ਦਲੀਪ ਚਿਤਰੇ। ਇਟ ਇਜ਼ ਅ ਗੁੱਡ ਪੋਇਮ। ਇਟ ਇਜ਼ ਅ ਸਿੰਪਲ ਪੋਇਮ। ਇਟ ਗਿਵਸ ਅਸ ਅ ਗੁੱਡ ਮੈਸੇਜ। ਇਟ ਇਜ਼ ਅ ਸ਼ਾਰਟ ਗੁੱਡ ਨੂੰ ਕੱਢ ਦਿਓ ਤੁਸੀਂ, ਸ਼ਾਰਟ ਪੋਇਮ ਲਿਖ ਲਓ। ਤੇ ਤੁਸੀਂ ਹਰ ਇੱਕ ਜੋ ਸੈਂਟਰ ਆਈਡੀਆ ਨੂੰ ਉਸਦੇ ਵਿੱਚ 3-4 ਲਾਈਨਾਂ ਨੇ ਜਿਹੜੀਆਂ ਐਡ ਕਰ ਸਕਦੇ ਹੋ। ਇਸਦਾ ਟਾਈਟਲ ਹਟਾ ਕੇ ਜੋ ਵੀ ਪੋਇਮ ਹੋਏਗੀ ਉਹ ਲਿਖ ਦਿਓ ਤੇ ਇਟ ਇਜ਼ ਰਿਟਨ ਬਾਏ ਜੋ ਵੀ ਪੋਇਮ ਦਾ ਆਥਰ ਹੈ ਉਹ ਤੁਸੀਂ ਲਿਖ ਸਕਦੇ ਹੋ। ਬਾਕੀ ਇਟ ਇਜ਼ ਅ ਗੁੱਡ ਪੋਇਮ, ਇਟ ਇਜ਼ ਅ ਸ਼ਾਰਟ ਪੋਇਮ, ਇਟ ਗਿਵਸ ਅਸ ਅ ਗੁੱਡ ਮੈਸੇਜ ਤੁਸੀਂ ਹਰ ਇੱਕ ਪੋਇੰਟ ਦੇ ਵਿੱਚ ਲਿਖ ਸਕਦੇ ਹੋ। ਮੋਡਰਨ ਮੈਨ ਇਜ਼ ਵੈਰੀ ਬਿਜ਼ੀ। ਅੱਜ ਦਾ ਇਨਸਾਨ ਬਹੁਤ ਜ਼ਿਆਦਾ ਬਿਜ਼ੀ ਹੋ ਗਿਆ। ਈਵਨ ਚਿਲਡਰਨ ਡੋਂਟ ਹੈਵ ਟਾਈਮ ਫॉर देयर पेरेंट्स। यानी कि जो बच्चे ने उन्होंने कोले अपने पेरेंट्स के लिए समा नहीं है। ओल्ड पीपल फील लोनली इन दिस बिजी वर्ल्ड। जो बजुर्ग ने वो इस बिजी वर्ल्ड के अपने आप को कला फील है जोड़ा वो करते हैं। नैक्सट जो सैकेंड है द रोड नॉट टेकन। किसने लिखा? रॉबर्ट फ्रस्ट ने लिखा है। वही 3-4 लाइनां ने जिहड़ियां तुसीं ऐड कर सकते हो। देखिए जेकर आप चॉइस इज़ वैरी इंपॉर्टेंट इन आवर लाइफ। जो चॉइस है वो लाइफ दे विच बहुत ज़्यादा इंपॉर्टेंट है। वी मस्ट चूज केयरफुली। आपां ने जो भी चीज़ चूज करनी है बड़े ध्यान दे नाल चूज करनी चाहिए है। ए डिफरेंट चॉइस कैन चेंज आवर लिव्स। जो एक अलग चॉइस है वो सानू की है मतलब साडी लाइफ नू की चेंज कर सकती है। इट कैन मेक और रियून अस। ज़्यादा साडी लाइफ नू बना सकती है जा तबाह कर सकती है। वी आर वट वी चूज। असी वो हाँ जिहड़ी चीज़ आपां चूज करते हाँ। सैकेंड सेंटर आइडिया सी। ते थर्ड आपां देखते हैं लास्ट ऑन हिज ब्लाइंडनैस। किसने लिखा? जॉन मिल्टन ने। दिस इंटरेस्टिंग पोइम ऑन हिज ब्लाइंडनैस। गॉड इज़ अ क्रिएटर। जो परम पिता परमात्मा है वो इस दुनिया का रचनहार है। वी शुड नैवर कंप्लेन इन लाइफ। आपां नूं लाइफ दे विच जो शिकायत है वो नहीं करनी चाहिए कदे भी। वी मस्ट बी चेयरफुल।
ਯੈਸ ਤੁਸੀਂ ਉਰੇ ਡਬਲ ਈ ਕਰ ਲਿਓ, ਚੀਅਰਫੁਲ। ਆਪਾਂ ਨੂੰ ਲਾਈਫ ਦੇ ਵਿੱਚ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ, ਚਾਹੇ ਦੁੱਖ ਹੈ ਚਾਹੇ ਸੁੱਖ ਹੈ। ਮੈਨ ਸ਼ੁੱਡ ਹੈਵ ਕੰਪਲੀਟ ਫੇਥ ਇਨ ਗੋਡ, ਇਨਸਾਨ ਨੂੰ ਪੂਰਾ ਵਿਸ਼ਵਾਸ ਰੱਖਣਾ ਚਾਹੀਦਾ ਕਿਸ ਦੇ ਵਿੱਚ, ਗੋਡ ਦੇ ਵਿੱਚ। ਉਰੇ ਗੋਡ ਤੁਸੀਂ ਕਰ ਲਿਓ, ਗੋਡ, ਯੈਸ। ਗੋਡ ਇਜ਼ ਆਵਰ ਵੈਲ ਵਿਸ਼ਰ, ਗੋਡ ਹੈ ਜੋ ਸਾਡੀਆਂ ਵੈਲ ਵਿਸ਼ਰ ਨੂੰ ਜਾਣਦਾ, ਚੰਗੀ ਤਰ੍ਹਾਂ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲਾ ਹੈ। ਗੋਡ ਡਜ਼ ਨੋਟ ਨੀਡ ਮੈਨਜ਼ ਸਰਵਿਸ, ਕਹਿੰਦੇ ਪਰਮਾਤਮਾ ਨੂੰ ਆਪਣੀ ਸਰਵਿਸ ਯਾਨੀ ਕਿ ਇਨਸਾਨ ਦੀ ਜੋ ਸਰਵਿਸ ਦੀ ਨੀਡ ਨਹੀਂ ਹੈ। ਸੋ ਇਹ 3 ਸੈਂਟਰ ਆਈਡੀਆ ਸੀ। ਨੈਕਸਟ ਆਪਾਂ ਵਧਦੇ ਹਾਂ ਸਪਲੀਮੈਂਟਰੀ ਦੇ ਉੱਤੇ। ਜੋ ਸਪਲੀਮੈਂਟਰੀ ਦਾ ਆਪਣੇ ਕੋਲੇ ਫਸਟ ਚੈਪਟਰ ਹੈ ਮੋਡਰਨ ਦਾ ਗੋਲਡ ਫਰੇਮ। ਕਿਹੜਾ ਚੈਪਟਰ ਆਪਣੇ ਕੋਲੇ, ਗੋਲਡ ਫਰੇਮ, ਜੋ ਕਿ ਕਿਸ ਨੇ ਲਿਖਿਆ ਹੈ, R.K. ਲਕਸ਼ਮਣ ਨੇ ਇਸ ਚੈਪਟਰ ਨੂੰ ਲਿਖਿਆ ਹੈ, R.K. ਲਕਸ਼ਮਣ। ਠੀਕ ਹੈ ਜੀ। ਸੋ ਦੇਖਦੇ ਆਪਾਂ, ਯੈਸ। ਵੇਅਰ ਵਾਜ਼ ਦਾ ਮੋਡਰਨ ਫਰੇਮਵਰਕ ਸਿਚੁਏਟਡ, ਜੋ ਮੋਡਰਨ ਫਰੇਮਵਰਕ ਦੁਕਾਨ ਸੀ ਉਹ ਕਿੱਥੇ ਸੀ। ਦ ਮੋਡਰਨ ਫਰੇਮਵਰਕ ਵਾਜ਼ ਸਿਚੁਏਟਡ ਇਨ ਅ ਗੈਪ ਬਿਟਵੀਨ ਅ ਡਰੱਗ ਸਟੋਰ ਐਂਡ ਏ ਰੇਡੀਓ ਰਿਪੇਅਰ ਸ਼ੋਪ, ਯਾਨੀ ਕਿ ਇੱਕ ਪਾਸੇ ਮੈਡੀਕਲ ਸਟੋਰ ਸੀ, ਡਰੱਗ ਸਟੋਰ ਦੀ ਥਾਂ ਤੇ ਤੁਸੀਂ ਮੈਡੀਕਲ ਸਟੋਰ ਵੀ ਲਿਖ ਸਕਦੇ ਹੋ, ਤੇ ਇੱਕ ਪਾਸੇ ਰੇਡੀਓ ਰਿਪੇਅਰ ਸ਼ੋਪ ਸੀ, ਵਿਚਾਲੇ ਉਸ ਦੀ ਦੁਕਾਨ ਸੀ, ਯਾਨੀ ਕਿ ਇੱਕ ਖੋਖਾ ਟਾਈਪ ਉਸਦੀ ਦੁਕਾਨ ਸੀ। ਹੂ ਵਾਜ਼ ਦਾ ਓਨਰ ਆਫ ਦਾ ਮੋਡਰਨ ਫਰੇਮਵਰਕਸ, ਮੋਡਰਨ ਫਰੇਮਵਰਕ ਦੁਕਾਨ ਦਾ ਮਾਲਕ ਕੌਣ ਸੀ, ਦੱਤਾ ਉਸਦਾ ਮਾਲਕ ਸੀ। ਦੱਤਾ ਵਾਜ਼ ਦਾ ਓਨਰ ਆਫ ਦਾ ਮੋਡਰਨ ਫਰੇਮਵਰਕਸ। ਨੈਕਸਟ, ਵਟ ਵਾਰ ਦਾ ਵਾਲਸ ਆਫ ਦਿਸ ਸ਼ਾਪ ਕਵਰਡ ਵਿਦ, ਜੋ ਉਸਦੇ ਦੁਕਾਨ ਦੀਆਂ ਜੋ ਦੀਵਾਰਾਂ ਸੀ ਉਹ ਕਿਸ ਦੇ ਨਾਲ ਕਵਰ ਕੀਤੀਆਂ ਹੋਈਆਂ ਸੀ। ਦ ਵਾਲਸ ਆਫ ਦਿਸ ਸ਼ਾਪ ਵਰ ਕਵਰਡ ਵਿਦ ਦਾ ਪਿਕਚਰ ਆਫ ਗੋਡ, ਗੋਡ ਦੀਆਂ ਪਿਕਚਰਸ ਲੱਗੀ ਹੋਈ ਸੀ, ਸੰਤ, ਹਾਕੀ ਪਲੇਅਰਸ, ਚਿਲਡਰਨ ਐਂਡ ਮੈਨੀ ਅਦਰਸ। ਵਟ ਡਿਡ ਦਾ ਕਸਟਮਰ ਵਾਂਟ, ਕਸਟਮਰ ਕੀ ਚਾਹੁੰਦਾ ਸੀ ਜਿਹੜਾ ਉਸਦੇ ਕੋਲੇ ਫਰੇਮ ਬਣਾਉਣ ਦੇ ਲਈ ਆਇਆ ਸੀ। ਦ ਕਸਟਮਰ ਵਾਂਟਡ ਟੂ ਗੈਟ ਹਿਜ਼ ਗ੍ਰੈਂਡਫਾਦਰ ਟੂ ਬੀ ਫਰੇਮਡ, ਉਹ ਉਸਦੇ ਕੋਲੇ ਆਪਣੇ ਗ੍ਰੈਂਡਫਾਦਰ ਦੇ ਲਈ ਜੋ ਫਰੇਮ ਹੈ ਉਹ ਬਣਵਾਉਣ ਦੇ ਲਈ ਆਇਆ ਸੀ, ਯਾਨੀ ਕਿ ਉਹ ਚਾਹੁੰਦਾ ਸੀ। ਵਟ ਟਾਈਪਸ ਆਫ ਫਰੇਮਸ ਡਿਡ ਦੱਤਾ ਸ਼ੋ ਟੂ ਦਾ ਕਸਟਮਰ, ਦੱਤਾ ਨੇ ਕਸਟਮਰ ਨੂੰ ਕਿਸ ਤਰ੍ਹਾਂ ਦੇ ਫਰੇਮ ਨੇ ਜਿਹੜੇ ਉਹ ਦਿਖਾਏ। ਦੱਤਾ ਸ਼ੋਡ ਅ ਨੰਬਰ ਆਫ ਪਲੇਨ, ਵੁਡਨ, ਡੈਕੋਰੇਟਿਵ ਐਂਡ ਫਲੋਰਲ ਫਰੇਮ, ਉਸਨੂੰ ਪਲੇਨ ਦਿਖਾਏ, ਵੁਡਨ ਟਾਈਪ ਦਿਖਾਏ, ਡੈਕੋਰੇਟਿਵ ਦਿਖਾਏ, ਫੁੱਲ ਵਾਲੇ ਦਿਖਾਏ। ਸੋ ਅਲੱਗ-ਅਲੱਗ ਤਰ੍ਹਾਂ ਦੇ ਜੋ ਫਰੇਮ ਨੇ ਦੱਤਾ ਨੇ ਕਸਟਮਰ ਨੂੰ ਦਿਖਾਏ। ਵਟ ਡਿਡ ਦੱਤਾ ਡੂ ਟੂ ਹੈਲਪ ਦਾ ਕਸਟਮਰ ਮੇਕ ਹਿਜ ਚੁਆਇਸ, ਦੱਤਾ ਨੇ ਕਿਵੇਂ ਮਦਦ ਕੀਤੀ ਕਸਟਮਰ ਦੀ ਕਿ ਉਹ ਕਿਸ ਫਰੇਮ ਨੂੰ ਚੂਜ਼ ਕਰੇ, ਮਤਲਬ ਚੁਆਇਸ ਕਰਨ ਦੇ ਵਿੱਚ ਕਿਵੇਂ ਮਦਦ ਕੀਤੀ। ਦੱਤਾ ਹੈਲਪਡ ਦਾ ਕਸਟਮਰ ਟੂ ਸਿਲੈਕਟ ਵਨ ਫਰੇਮ ਵਿਦ ਗੋਲਡ ਲੀਵਸ, ਦੱਤਾ ਨੇ ਕਸਟਮਰ ਦੀ ਮਦਦ ਕੀਤੀ ਇੱਕ ਫਰੇਮ ਸਿਲੈਕਟ ਕਰਨ ਦੇ ਵਿੱਚ ਕਿਹੜਾ ਜੋ ਗੋਲਡ ਦੀਆਂ ਪੱਤੀਆਂ ਵਾਲਾ ਸੀ। ਠੀਕ ਹੈ ਜੀ। ਵਟ ਪ੍ਰਾਈਸ ਡਿਡ ਦੱਤਾ ਕੋਟ ਫੋਰ ਦਾ ਫਰੇਮ ਸਿਲੈਕਟਡ ਬਾਈ ਹਿਜ ਕਸਟਮਰ, ਕਸਟਮਰ ਨੇ ਜੋ ਫਰੇਮ ਸਿਲੈਕਟ ਕੀਤਾ ਉਸ ਲਈ ਦੱਤਾ ਨੇ ਕਿੰਨੇ ਪੈਸੇ ਦੱਸੇ, ਉਹ ਦੱਸੇ 17 ਰੁਪੀਜ਼, ਯਾਨੀ ਕਿ 17 ਰੁਪਏ ਨੇ ਜਿਹੜੇ ਉਹ ਦੱਸੇ। ਵਟ ਵਾਜ਼ ਦੱਤਾਜ਼ ਐਕਸਪੀਰੀਅੰਸ ਅਬਾਊਟ ਹਿਜ ਕਸਟਮਰ, ਦੱਤਾ ਦਾ ਆਪਣੇ ਕਸਟਮਰ ਦੇ ਪ੍ਰਤੀ ਕਿਹੋ ਜਿਹਾ ਐਕਸਪੀਰੀਅੰਸ ਸੀ। ਦੱਤਾ ਹੈਡ ਲਰਨਟ ਬਾਈ ਲੌਂਗ ਐਕਸਪੀਰੀਅੰਸ ਵਿਦ ਡੈਟ ਹਿਜ ਕਸਟਮਰ ਨੈਵਰ ਕੇਮ ਪੰਕਚੁਅਲੀ, ਦੱਤਾ ਨੇ ਸਿੱਖਿਆ ਸੀ ਕਿ ਲੌਂਗ ਐਕਸਪੀਰੀਅੰਸ ਸੀ ਉਸਦਾ ਕਿ ਉਸਦੇ ਜਿਹੜੇ ਕਸਟਮਰ ਨੇ ਕਦੇ ਵੀ ਟਾਈਮ ਦੇ ਉੱਤੇ ਨਹੀਂ ਆਉਂਦੇ, ਯਾਨੀ ਕਿ ਸਮੇਂ ਦੇ ਪਾਬੰਦ ਨਹੀਂ ਹੈਗੇ। ਨੈਕਸਟ, ਫॉर whom did ਦੱਤਾ ਮੇਕਸ ਫਰੇਮ, ਦੱਤਾ ਕਿਹਨਾਂ ਦੇ ਲਈ ਫਰੇਮ ਬਣਾਉਂਦਾ ਸੀ। ਦੱਤਾ ਮੇਡਸ ਫਰੇਮਸ ਫॉर ਦੋਜ਼ who came to him and visited him at least twice, ਦੱਤਾ ਉਹਨਾਂ ਦੇ ਲਈ ਫਰੇਮ ਬਣਾਉਂਦਾ ਸੀ ਜਿਹੜਾ ਉਸਦੇ ਕੋਲੇ ਆਂਦਾ ਸੀ, ਘੱਟੋ ਘੱਟ 2 ਵਾਰੀ ਤਾਂ ਉਸਦੇ ਕੋਲੇ ਵਿਜ਼ਿਟ ਕਰਨ ਦੇ ਲਈ ਆਂਦਾ ਸੀ, ਉਹਨਾਂ ਦੇ ਲਈ ਜੋ ਦੱਤਾ ਹੈ ਉਹ ਫਰੇਮ ਬਣਾਉਂਦਾ ਸੀ। ਹਾਊ ਡਿਡ ਦਾ ਫੋਟੋਗ੍ਰਾਫ ਗੈਟ ਡੈਮੇਜ, ਜੋ ਫੋਟੋਗ੍ਰਾਫ ਹੈ ਉਹ ਕਿਵੇਂ ਖਰਾਬ ਹੋ ਗਈ। ਏ ਟੀਨ ਆਫ ਵਾਈਟ ਇਨੈਮਲ ਪੇਂਟ ਫਾਲਨ ਔਨ ਇਟ, ਇੱਕ ਜੋ ਚਿੱਟਾ ਪੇਂਟ ਹੈ ਉਹ ਮਤਲਬ ਫੋਟੋ ਦੇ ਉੱਤੇ ਡਿੱਗਿਆ। ਨੈਕਸਟ ਦੇਖਦੇ ਹਾਂ ਉਸ ਤੋਂ ਬਾਅਦ ਕੀ ਬਣਦਾ ਹੈ। ਹਾਊ ਡਿਡ ਹੀ ਟਰਾਈ ਟੂ ਰੈਸਕਿਊ ਦਾ ਪਿਕਚਰ, ਉਸਨੇ ਪਿਕਚਰ ਨੂੰ ਬਚਾਉਣ ਦੀ ਕਿਵੇਂ ਕੋਸ਼ਿਸ਼ ਕੀਤੀ। ਹੀ ਟਰਾਈ ਟੂ ਰਬ ਆਫ ਦਾ ਪੇਂਟ ਫਰੋਮ ਦਾ ਪਿਕਚਰ ਵਿਦ ਦਾ ਪੀਸ ਆਫ ਕਲੋਥ, ਉਸਨੇ ਕੀ ਕੀਤਾ ਇੱਕ ਕੱਪੜੇ ਦਾ ਪੀਸ ਲੈ ਕੇ ਪੇਂਟ ਨੂੰ ਕੀ ਹੈ ਪਿਕਚਰ ਤੋਂ ਰੱਬ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਰੱਬ ਕਰਨ ਲੱਗਿਆ ਯਾਨੀ ਕਿ ਰਗੜਨ ਲੱਗਿਆ ਉਹ ਪਿਕਚਰ ਹੈ ਜਿਹੜੀ ਉਹ ਪੂਰੀ ਤਰ੍ਹਾਂ ਹੋਰ ਖਰਾਬ ਹੋ ਗਈ। ਵਟ ਸੋਲੂਸ਼ਨ ਡਿਡ ਦੱਤਾ ਫਾਈਨਲੀ ਕਮ ਅਪ ਵਿਦ, ਹੁਣ ਦੱਤਾ ਕਿਸ ਸੋਲੂਸ਼ਨ ਦੇ ਉੱਤੇ ਪਹੁੰਚਿਆ। ਦੱਤਾ ਚੇਂਜ ਦਾ ਪਿਕਚਰ ਆਫ ਗ੍ਰੈਂਡਫਾਦਰ ਆਫ ਦਾ ਕਸਟਮਰ ਵਿਦ ਅਨਦਰ ਸਿਮਿਲਰ ਵਨ,
दत्ता ने की किया, कस्टमर के ग्रैंडफादर की जो पिक्चर है किसी मतलब होर मिलते जुलते किसी होर की जो पिक्चर है वो लगा दी। वाई वर द डेज डैट फॉलोड विद सस्पेंस एंड एनएग्जिटी, वो किहड़े जिहड़े वो दिन सी वो दत्ता दे लई पूरे फिक्रमंद मतलब चिंतित दे नाल क्यों भरे हुए सी। दत्ता feared that customer would angry with him as he would catch his risk। दत्ता भी पूरा डरिया होया सी भी मतलब जे कस्टमर ने मेरा रिस्क फड़ लिया तो पूरी तरह की हो जाएगा, गुस्सा हो जाएगा। की डर सी उन्होंने कि मैंने जिहड़ा ये फोटोग्राफ है किसी होर मिलती जुलती लगाई है। वट इफैक्ट डिड द पिक्चर हैव ऑन द कस्टमर, की इफैक्ट पिया पिक्चर है कस्टमर के उत्ते। द कस्टमर वाज स्टनड टू सी द फ्रेम, कस्टमर की होगा पूरी एक हक्का बक्का रह गया किस फ्रेम नू देख के कहते हैं। वट वाज द कस्टमर कंप्लेंट रिगार्डिंग द फ्रेम, कस्टमर दी फ्रेम दे रिगार्डिंग की कंप्लेंट सी। द कस्टमर कंप्लेंट दैट ही हैड ऑर्डर्ड फॉर एन ओवल कट माउंट फ्रेम एंड नॉट अ स्क्वायर वन, जो उसने ऑर्डर किया सी वो ओवल शेप का ऑर्डर किया सी, पर जो दत्ता सी उसने मतलब कि शेप का बनाता मतलब स्क्वायर शेप का बनाता सी, ते जिसके करके सिर्फ इसकी यही कंप्लेंट सी, पर उसनों जो पिक्चर बारे जो चेंज की थी उसके बारे नहीं पता लग्या। सो ये अपना चैप्टर कंप्लीट हो गया। नेक्स्ट चैप्टर करनी बात हाँ द बार्बर ट्रेड यूनियन, जो कि किसी ने लिखा है, मुल्क राज आनंद ने लिखा है। सो वट वाज द एज डिफरेंस बिटवीन चंदू एंड द नरेटर, चंदू ते नरेटर दे विच किन्नी एज द डिफरेंस सी। चंदू वाज 6 मंथ ओल्डर दैन द नरेटर, चंदू नरेटर तो 6 महीने वड्डा सी। वाई वाज चंदू नॉट गुड एट डूइंग सम्स एट स्कूल, चंदू सी जिहड़ा उस मैथ दे विच या सम करन दे विच अच्छा क्यों नहीं सी, या कह लो स्टडी दे विच चंगा क्यों नहीं सी। चंदू हैड टू वर्क एज अ बार्बर, चंदू नू एक काम करना पैंदा सी एज अ नाई दे तौर पर। सो शी हैड नो टाइम टू स्टडी, तो उन्होंने पढ़ने के लिए समा नहीं मिलता सी। दैट्स वाई ही वॉज नॉट गुड एट डूइंग सम्स एट स्कूल, जिसके करके वो स्कूल दे विच सम करन दे विच चंगा नहीं सी। वाई डिड द नरेटर्स मदर कॉन्सटेंटली डिसवेड हिम टू प्ले विद चंदू, जिहड़ी नरेटर दी मदर सी वो हमेशा नरेटर नूं चंदू दे नाल खेडण तो क्यों मना करदी सी, क्यों? क्योंकि बिकॉज ही वाज ए लो कास्ट बार्बर बॉय, क्योंकि चंदू सी जिहड़ा एक छोटी जात का बॉय सी, जिसके करके नरेटर दी मदर नरेटर नूं चंदू दे नाल खेडण तो मना करदी सी। वट डज द नरेटर टेल अस अबाउट चंदूज ड्रैस, नरेटर ने चंदू की ड्रैस बारे की दसिया है। चंदू वॉर खाकी शॉर्ट्स, खाकी निकर पहनता सी, ब्लैक वेलवेट कोट, काले रंग का कोट, ते राउंड कैप जिहड़ी पूरी मतलब कवर हुंदी है, जो मतलब पूरी गोल हुंदी है, तो उस तरीके की कैप है जिहड़ी वो पहनता सी। तो नैक्सट उस तो बाद जेकर आप देखिए वाई हैड द लैंडलोड, जो ये क्वेश्चन है ये क्वेश्चन करने की लोड़ नहीं है। नैक्सट क्वेश्चन देखते हैं आप, वाई हैड द लैंडलोड समंड पंडित परमानंद, जो जिमीदार सी पिंड का उसने पंडित परमानंद नूं क्यों बुलाया, क्यों बई? द लैंडलोड हैड समंड पंडित परमानंद टू डिस्कस द अनहोली एमरजेंसी इन विच चंदू हैड लैंडेड, यानी कि जिमीदार ने पंडित परमानंद नूं क्यों बुलाया? क्योंकि चंदू दे करके जो पिंड दे विच जो आपातकाल जो सिचुएशन है वो क्रिएट हो गई सी, ते वो डिस्कस करने के लिए लैंडलोड ने पंडित परमानंद नूं बुलाया। वट टाइप ऑफ वीमेन वाज चंदूज मदर, चंदू की मदर किस तरह की सी? चंदूज मदर वाज एन इल टेंपर्ड वीमैन, एक गुस्से जे सुभाव वाली सी, इल टेंपर्ड वीमैन सी। हाउ डिड चंदूज मदर ट्रीट द नरेटर, चंदू की मदर सी वो नरेटर नाल किवें दा ट्रीट करती सी? शी वाज वेरी काइंड टू द नरेटर, वो नरेटर के प्रति बहुत ज़्यादा काइंड दयालु सी। बस उरे तक तुसीं कर सकते हो, बाकी क्वेश्चन तो चक लियो ये। वाई डिड चंदू डिसाइड टू गो ऑन स्ट्राइक, चंदू ने स्ट्राइक ते जान का फैसला क्यों किया? चंदू डिसाइडेड टू गो ऑन स्ट्राइक टू टीच द अपर कास्ट पीपल आ लैसन, चंदू ने हड़ताल ते जान का फैसला क्यों किया? ताकि वो बड़ी जात के लोगों को जो लैसन है वो सिखाना चाहता सी। वाई डिड चंदू डिसाइड टू बाय अ बाईसाइकिल, चंदू ने साइकिल खरीदने का फैसला क्यों किया? चंदू ने 5 रुपए का जो जैपनीज साइकिल है वो खरीदिया सी, ठीक है जी। क्यों खरीदिया सी वो आप देखते हैं। चंदू डिसाइडेड टू बाय अ बाईसाइकिल टू गो टू द टाउन एवरी डे, चंदू मतलब हर रोज शहर दे विच जांदा सी
ਐਂਡ ਗਿਵ ਪੀਪਲ ਅ ਸ਼ੇਵ ਐਂਡ ਹੇਅਰ ਕੱਟ, ਤੇ ਉੱਥੇ ਸ਼ੇਵ ਕਰਦਾ ਸੀ ਤੇ ਹੇਅਰ ਕੱਟ ਕਰਦਾ ਸੀ ਤਾਂ ਕਿ ਉਹ ਪਿੰਡ ਦੇ ਤਾਂ ਕਿ ਉਹ ਪਿੰਡ ਤੋਂ ਸ਼ਹਿਰ ਜਾ ਕੇ ਅੱਛੀ ਇਨਕਮ ਹੈ ਜਿਹੜੀ ਉਹ ਕਰ ਸਕੇ। ਇਸ ਦੇ ਲਈ ਚੰਦੂ ਨੇ ਸਾਈਕਲ ਖਰੀਦਣ ਦਾ ਫੈਸਲਾ ਕੀਤਾ। ਵਾਈ ਡਿਡ ਦਾ ਵਿਲੇਜ ਐਲਡਰਸ ਥ੍ਰੈਟਨ ਚੰਦੂ, ਜੋ ਪਿੰਡ ਦੇ ਲੋਕ ਸੀ ਉਹਨਾਂ ਨੇ ਚੰਦੂ ਨੂੰ ਕਿਉਂ ਧਮਕਾਇਆ। ਦ ਵਿਲੇਜ ਐਲਡਰ ਥ੍ਰੈਟਨ ਟੂ ਹੈਵ ਹਿਮ ਸੈਂਟ ਟੂ ਪ੍ਰਿਜ਼ਨ, ਪਿੰਡ ਦੇ ਲੋਕਾਂ ਨੇ ਚੰਦੂ ਨੂੰ ਧਮਕੀ ਦਿੱਤੀ ਵੀ ਜੇ ਜ਼ਿਆਦਾ ਕੀਤੀ ਚੌੜਬਾਜੀ ਤਾਂ ਤੈਨੂੰ ਅਸੀਂ ਕਿੱਥੇ ਭੇਜ ਦਾਂਗੇ, ਜੇਲ੍ਹ ਦੇ ਵਿੱਚ ਭੇਜ ਦਾਂਗੇ। ਠੀਕ ਹੈ ਜੀ। ਨੇਮ ਦਾ ਯੂਨੀਅਨ ਡੈਟ ਗੇਵ ਬਰਥ ਟੂ ਮੈਨੀ ਅਦਰ ਐਕਟਿਵ ਟ੍ਰੇਡ ਯੂਨੀਅਨ ਇਨ ਦਾ ਟਾਊਨ, ਯਾਨੀ ਕਿ ਮਤਲਬ ਕਿਹੜੀ ਕਿਹੜੀ ਯੂਨੀਅਨਸ ਨੇ ਉਹ ਨਿਕਲ ਕੇ ਆਈਆਂ। ਮਤਲਬ ਦ ਨੇਮ ਆਫ ਦ ਯੂਨੀਅਨ ਵਾਜ਼ ਰਾਜਕੋਟ ਡਿਸਟ੍ਰਿਕਟ ਬਾਰਬਰ ਬ੍ਰਦਰਜ਼ ਤੇ ਹੇਅਰ ਡਰੈਸਿੰਗ ਐਂਡ ਸ਼ੇਵਿੰਗ ਸੈਲੂਨ, ਇਹ ਜੋ ਯੂਨੀਅਨਸ ਨੇ ਇਹ ਬਣ ਕੇ ਆਈਆਂ। ਇਹ ਆਪਣਾ ਚੈਪਟਰ ਪੂਰਾ ਹੋ ਗਿਆ। ਲਾਸਟ ਚੈਪਟਰ ਆਪਾਂ ਦੇਖਦੇ ਹਾਂ। ਆਈ ਹੋਪ ਤੁਸੀਂ ਬਣੇ ਹੋਵੋਗੇ ਲਾਸਟ ਤੱਕ, ਜਰੂਰ ਲਾਸਟ ਤੱਕ ਬਣੇ ਰਹਿਓ। ਤੇ ਇਸ ਦੇ ਵਿੱਚ ਇੱਕ ਇਮੈਜਿਨ ਜੋ ਲਾਸਟ ਤੇ ਤੁਹਾਨੂੰ ਸਰਪ੍ਰਾਈਜ਼ ਆਫਰ ਵੀ ਰਹਿਣ ਵਾਲਾ ਹੈ, ਸੋ ਆਪਾਂ ਦੇਖਾਂਗੇ ਲਾਸਟ ਤੇ ਲਾਸਟ ਚੈਪਟਰ ਆਪਾਂ ਦੇਖਦੇ ਹਾਂ ਦ ਬੁੱਲ ਬਨੀਥ ਆਫ ਦਾ ਅਰਥ, ਕਿਸ ਨੇ ਲਿਖਿਆ, KS ਵਿਰਕ ਨੇ ਲਿਖਿਆ ਹੈ। ਹੂ ਵਾਜ਼ ਮਾਨ ਸਿੰਘ ਐਂਡ ਕਰਮ ਸਿੰਘ, ਕੌਣ ਸੀ। ਮਾਨ ਸਿੰਘ ਐਂਡ ਕਰਮ ਸਿੰਘ ਵਰ ਟੂ ਫਰੈਂਡਸ, ਇਹ ਦੋਨੋਂ ਦੋਸਤ ਸੀ। ਦੇ ਹੈਡ ਵਰਕਡ ਇਨ ਦਾ ਸੇਮ ਰੈਜੀਮੈਂਟਲ ਸੈਂਟਰ, ਤੇ ਦੋਨੋਂ ਸੇਮ ਰੈਜੀਮੈਂਟਲ ਸੈਂਟਰ ਦੇ ਵਿੱਚ ਜੋ ਕੰਮ ਹੈ ਉਹ ਕਰਦੇ ਸੀ। ਮੀਨਸ ਜੋ ਇੱਕ ਰੈਜੀਮੈਂਟ ਬਣਾ ਕੇ ਹੁੰਦੀਆਂ ਨੇ ਫੌਜੀਆਂ ਦੇ ਲਈ, ਜੋ ਰੈਜੀਮੈਂਟਸ ਬਣੀਆਂ ਹੁੰਦੀਆਂ ਨੇ, ਸੋ ਸੇਮ ਰੈਜੀਮੈਂਟਲ ਸੈਂਟਰ 'ਚ ਕੰਮ ਕਰਦੀ ਸੀ। ਵਟ ਵਰ ਦਾ ਡਿਜ਼ਾਈਗਨੇਸ਼ਨ ਆਫ ਕਰਮ ਸਿੰਘ ਐਂਡ ਮਾਨ ਸਿੰਘ ਇਨ ਦਾ ਆਰਮੀ, ਕਰਮ ਸਿੰਘ ਤੇ ਮਾਨ ਸਿੰਘ ਦਾ ਡਿਜ਼ਾਈਗਨੇਸ਼ਨ ਕੀ ਸੀ, ਕੀ ਅਹੁਦਾ ਸੀ ਉਹਨਾਂ ਦਾ। ਕਰਮ ਸਿੰਘ ਕੀ ਸੀ, ਹੌਲਦਾਰ ਸੀ, ਤੇ ਮਾਨ ਸਿੰਘ ਵਾਜ਼ ਨਾਇਕ। ਇਹ ਭੁੱਲ ਨਾ ਜਾਈਓ, ਐਮ ਤੋਂ ਬਾਅਦ ਕੀ ਆਂਦਾ ਹੈ, ਐਨ, ਐਮ ਤੇ ਕੀ ਹੋ ਗਿਆ ਮਾਨ ਸਿੰਘ, ਤੇ ਐਨ ਤੇ ਕੀ ਹੋ ਗਿਆ ਨਾਇਕ। ਠੀਕ ਹੈ ਜੀ। ਯੈਸ। ਵੇਅਰ ਡਿਡ ਮਾਨ ਸਿੰਘ ਗੋ ਵੈਨ ਹੀ ਗੋਟ ਅ ਫਿਊ ਡੇਜ਼ ਲੀਵ, ਮਾਨ ਸਿੰਘ ਕਿੱਥੇ ਜਾਂਦਾ ਜਦੋਂ ਉਸਨੂੰ ਕੁਝ ਦਿਨਾਂ ਦੀ ਛੁੱਟੀ ਮਿਲਦੀ ਹੈ। ਮਾਨ ਸਿੰਘ ਵੈਂਟ ਟੂ ਕਰਮ ਸਿੰਘ ਵਿਲੇਜ ਥੱਥੀ ਕਰਾਂ, ਕਿੱਥੇ ਜਾਂਦਾ ਹੈ, ਮਾਨ ਸਿੰਘ ਹੈ ਜਿਹੜਾ ਕਰਮ ਸਿੰਘ ਦੇ ਪਿੰਡ ਜਾਂਦਾ ਥੱਥੀ ਕਰਾਂ, ਜੋ ਅੰਮ੍ਰਿਤਸਰ ਦੇ ਵਿੱਚ ਹੈ, ਜਦੋਂ ਉਸਨੂੰ ਕੁਝ ਛੁੱਟੀਆਂ ਮਿਲਦੀਆਂ ਨੇ ਕਰਮ ਸਿੰਘ ਨੂੰ। ਹੂ ਡਿਡ ਮਾਨ ਸਿੰਘ ਮੀਟ ਫਸਟ ਔਨ ਐਂਟਰਿੰਗ ਕਰਮ ਸਿੰਘ ਹਾਊਸ, ਮਾਨ ਸਿੰਘ ਸਭ ਤੋਂ ਪਹਿਲ ਤੇ ਕਿਸ ਨੂੰ ਮਿਲਦਾ ਹੈ ਜਦੋਂ ਉਹ ਕਰਮ ਸਿੰਘ ਦੇ ਘਰੇ ਐਂਟਰ ਹੁੰਦਾ ਹੈ। 1 ਸੈਕਿੰਡ। ਮਾਨ ਸਿੰਘ ਫਸਟ ਮੈਟ ਕਰਮ ਸਿੰਘ ਫਾਦਰ ਸੀਟਿੰਗ ਇਨ ਦਾ ਪੋਰਚ ਆਫ ਦਾ ਹਾਊਸ, ਮਾਨ ਸਿੰਘ ਸਭ ਤੋਂ ਪਹਿਲ ਤੇ ਕਰਮ ਸਿੰਘ ਦਾ ਜੋ ਫਾਦਰ ਹੈ ਉਸ ਨੂੰ ਮਿਲਦਾ ਜੋ ਕਿ ਘਰ ਦੇ ਪੋਰਚ ਦੇ ਵਿੱਚ ਬੈਠਾ ਸੀ। ਹੂ ਵਾਜ ਜਸਵੰਤ ਸਿੰਘ, ਜਸਵੰਤ ਸਿੰਘ ਕੌਣ ਸੀ। ਜਸਵੰਤ ਸਿੰਘ ਵਾਜ ਕਰਮ ਸਿੰਘ ਜੰਗਰ ਬ੍ਰਦਰ, ਜਸਵੰਤ ਸਿੰਘ ਕਰਮ ਸਿੰਘ ਦਾ ਜੋ ਛੋਟਾ ਭਾਈ ਸੀ। ਵਟ ਡਿਡ ਮਾਨ ਸਿੰਘ ਟੈਲ ਕਰਮ ਸਿੰਘ ਫੈਮਿਲੀ ਅਬਾਊਟ ਦਾ ਲੇਟਰ ਵਾਰ ਸਕਿਲਸ, ਜੋ ਮਾਨ ਸਿੰਘ ਹੈ ਉਹ ਕਰਮ ਸਿੰਘ ਦੀ ਫੈਮਿਲੀ ਨੂੰ ਕਰਮ ਸਿੰਘ ਦੀਆਂ ਜੋ ਯੁੱਧ ਦੀਆਂ ਸਕਿਲਸ ਨੇ ਉਹ ਉਸਦੇ ਬਾਰੇ ਕੀ ਦੱਸਦਾ ਹੈ। ਮਾਨ ਸਿੰਘ ਟੋਲਡ them that ਕਰਮ ਸਿੰਘ was a good crack shot, ਮਾਨ ਸਿੰਘ ਦੱਸਦਾ ਕਿ ਜਿਹੜਾ ਕਰਮ ਸਿੰਘ ਸੀ ਉਹ ਇੱਕ ਬਹੁਤ ਅੱਛਾ ਮਤਲਬ ਚੰਗਾ ਨਿਸ਼ਾਨੇਬਾਜ਼ ਸੀ। ਡਿਊਰਿੰਗ ਦਾ ਵਾਰ ਮੈਨੀ ਜੈਪਨੀਜ਼ ਸੋਲਜਰ ਵਰ ਸ਼ੋਟ ਡਾਊਨ ਬਾਈ ਕਰਮ ਸਿੰਘ, ਵੀ ਯੁੱਧ ਦੇ ਦੌਰਾਨ ਬਹੁਤ ਸਾਰੇ ਜਾਪਾਨੀ ਸੋਲਜਰਾਂ ਨੂੰ ਮਾਰਤਾ ਸੀ ਕਿਸ ਨੇ, ਕਰਮ ਸਿੰਘ ਦੇ ਦੁਆਰਾ। ਵਿਚ ਵਰਡਸ ਆਫ ਮਾਨ ਸਿੰਘ ਪੀਅਰਸਡ ਕਰਮ ਸਿੰਘ ਫਾਦਰਸ ਹਰਟ, ਕਿਹੜੇ ਮਾਨ ਸਿੰਘ ਦੇ ਕਿਹੜੇ ਸ਼ਬਦਾਂ ਦੇ ਨਾਲ ਜੋ ਕਰਮ ਸਿੰਘ ਦੇ ਫਾਦਰ ਦਾ ਜੋ ਹਰਟ ਹੈ ਉਹ ਪਿੰਗਲ ਗਿਆ, ਮਤਲਬ ਇਹ ਟੁੱਟ ਗਿਆ, ਕਿਹੜੇ ਸ਼ਬਦਾਂ ਦੇ ਨਾਲ। ਮਾਨ ਸਿੰਘ ਆਸਕਡ ਕਰਮ ਸਿੰਘ ਲਿਟਲ ਸਨ ਇਫ ਹੀ ਵੁੱਡ ਲਾਈਕ ਟੂ ਗੋ ਟੂ ਹਿਜ਼ ਫਾਦਰ, ਤਾਂ ਉਰੇ ਤੱਕ ਕਰਨਾ ਹੈ। ਮਾਨ ਸਿੰਘ ਨੇ ਕਰਮ ਸਿੰਘ ਦੇ ਛੋਟੇ ਮੁੰਡੇ ਨੂੰ ਕੀ ਕਿਹਾ ਵੀ ਜੇਕਰ ਤੂੰ ਆਪਣੇ ਫਾਦਰ ਦੇ ਕੋਲੇ ਜਾਣਾ ਚਾਹੁੰਦਾ ਹੈ ਤਾਂ ਤੂੰ ਆ ਸਕਦਾ ਹੈ। ਕਰਮ ਸਿੰਘ ਨੂੰ ਤਾਂ ਇਸ ਗੱਲ ਬਾਰੇ ਮਾਨ ਸਿੰਘ ਨੂੰ ਤਾਂ ਇਸ ਗੱਲ ਬਾਰੇ ਪਤਾ ਨਹੀਂ ਸੀ ਕਿ ਕਰਮ ਸਿੰਘ ਦੀ ਡੈਥ ਹੋ ਗਈ ਹੈ, ਤੇ ਜੋ ਕਰਮ ਸਿੰਘ ਦੀ ਫੈਮਿਲੀ ਮੈਂਬਰ ਸੀ ਉਹਨਾਂ ਨੂੰ ਪਤਾ ਸੀ, ਜਿਸ ਕਰਕੇ ਕਰਮ ਸਿੰਘ ਦੇ ਫਾਦਰ ਦਾ ਜੋ ਹਰਟ ਹੈ ਉਹ ਕੀ ਹੈ ਪੂਰੀ ਤਰ੍ਹਾਂ ਪਿੰਗਲ ਗਿਆ ਜਾਂ ਟੁੱਟ ਗਿਆ। ਹਾਊ ਫਾਰ ਵਾਜ਼ ਤਰਨਤਾਰਨ ਫਰੋਮ ਕਰਮ ਸਿੰਘ ਵਿਲੇਜ, ਜੋ ਤਰਨਤਾਰਨ ਸੀ ਕਰਮ ਸਿੰਘ ਦੇ ਪਿੰਡ ਤੋਂ ਕਿੰਨੀ ਦੂਰ ਸੀ। ਤਰਨਤਾਰਨ ਵਾਜ਼ ਨੀਅਰਲੀ 4 ਮਾਈਲਸ ਫਰੋਮ ਕਰਮ ਸਿੰਘ ਵਿਲੇਜ, 4 ਮੀਲਸ ਦੂਰ ਸੀ ਕਰਮ ਸਿੰਘ ਦੇ ਪਿੰਡ ਤੋਂ। ਵਟ ਨਿਊਜ਼ ਡਿਡ ਦਾ ਪੋਸਟਮੈਨ ਬ੍ਰਿੰਗ, ਪੋਸਟਮੈਨ ਹੈ ਜਿਹੜਾ ਉਹ ਕੀ ਖਬਰ ਲੈ ਕੇ ਆਉਂਦਾ ਹੈ ਜਾਂ ਕੀ ਲੈ ਕੇ ਆਉਂਦਾ ਹੈ।
द पोस्टमैन ब्राउट पेंशन पेपर ऑफ करम सिंह, इट शोड डैट करम सिंह वाज किल्ड इन द वॉर। जो पोस्टमैन है वो करम सिंह के पेंशन पेपर लैके आंदा है, इस तो पता चलता है कि करम सिंह सी जिहड़ा वो युद्ध दे विच मारिया गया सी। वट वाज द इफैक्ट ऑफ करम सिंह डैथ ऑन मान सिंह, करम सिंह की मौत का मान सिंह के उत्ते की इफैक्ट पिया। मान सिंह फेल्ट चॉक्ड इन हिज ब्रैस्ट एंड थ्रोट। मान सिंह पूरी तरह मतलब आप जिमें कहने दे भी पूरा सुन हो गया, सुन के वो पूरी तरह शौक हो गया, तो मैं कहना मतलब पूरी तरह वो यानी कि अंदरों जो उसका गला है वो सुक गया, एकदम वो रुक गया, कहते हैं आप कह सकते हाँ, इसका मान सिंह के उत्ते यह इफैक्ट पिया। नैक्सट, वाई डिड द मैंबर्स ऑफ करम सिंह फैमिली नॉट ब्रेक द न्यूज़ ऑफ हिज डेथ टू मान सिंह। करम सिंह की फैमिली ने जो करम सिंह की फैमिली ने मान सिंह नूं जो करम की जो मौत है वो क्यों नहीं दसी, कहते हैं क्यों नहीं दसी, बिकॉज दे डिड नॉट वांट टू स्पॉइल मान सिंह हॉलीडे, क्योंकि करम सिंह की फैमिली के मैंबर नहीं चाहते सी कि मान सिंह दी जो छुट्टियां ने वो खराब हो। स्पॉइल की हुंदा है, खराब होना। वाई डिड मान सिंह कंपेयर करम सिंह फादर टू अ बुल हू वॉर अपॉन इट्स हैड द बर्डन ऑफ द होल अर्थ। मान सिंह ने करम सिंह के फादर नूं बुल दे नाल क्यों कंपैरिजन किया, जिसने सारी धरती का बोझ है जिहड़ा अपने सिर के उत्ते चक्या हुआ सी, क्यों? बिकॉज ही वाज आलसो एवर रेडी टू शेयर अदर पीपल्स बर्डन, क्योंकि जो करम सिंह का फादर सी वो दूजिया का जो बर्डन है, दूजिया का जो दुख सुख है, मतलब उसनूं चलन के लिए हमेशा तैयार रहिंदा सी, दूजे दे नाल शेयर करने के लिए की है मतलब वो तैयार रहिंदा सी, तां करके मान सिंह ने करम सिंह के फादर नूं बुल दे नाल कंपैरिजन किया है। सो नैक्सट आप देखते हाँ अपने जो 2 मार्क्स वाले क्वेश्चन ने वो कंप्लीट हो गए ने। सो हुण आप जो 4 मार्क्स वाले ने वो देखते हाँ। यस 1 सेकेंड। यस सब तो पहले तो अपने को एक करैक्टर स्कैच है दत्ता का, चाहे तुहानूं थीम आ जाए करैक्टर स्कैच आ जाए तुसीं ये लिख सकते हो। देखते आप दत्ता वाज आ फोटो फ्रेम मेकर, दत्ता फोटो फ्रेम मेकर सी, ही वाज थिन वो पतला सी, ही वोर आ धोती वो धोती पहनता सी, हिज ग्लासिस वर सिल्वर रिम्ड, उसके जो एनका सी वो सिल्वर दियाँ सी, सिल्वर रिम चांदी की तरह दी सी, ही वॉज वेरी हार्ड वर्किंग वो बहुत ज़्यादा सख्त मेहनती सी, ही डिड नॉट लाइक टू टॉक मच वो बहुत ज़्यादा बोलना पसंद नहीं करता सी, ही आंसर्ड हिज कस्टमर टू द पॉइंट वो अपने कस्टमर नूं सिर्फ पॉइंट का आंसर दिंदा सी, ही हैड अ स्मॉल शॉप उसकी एक छोटी जी दुकान सी, इट्स नेम वॉज अ मॉडर्न फ्रेम वर्क उसकी दुकान का की नाम सी मॉडर्न फ्रेम वर्कस। और वंस ही स्पॉइल्ड अ फोटो विद इनैमल पेंट, एक बारी की होया उसकी जो फोटो है जो कस्टमर उसके कोले बनवाने के लिए आंदा है वो पेंट के नाल खराब हो गई। टू सॉल्व हिज प्रॉब्लम ही रिप्लेस द डैमेज फोटो विद अ सिमिलर लुकिंग फोटो, यानी कि इस प्रॉब्लम सोल्व करने के लिए दत्ता ने की करता उस दिन मिलती जुलती कोई होर सिमिलर फोटो है जी वो लगाती। द कस्टमर कुड नॉट नोटिस इट, कस्टमर है जोड़ा वो नोटिस नहीं कर सकिया। ही नोटिस ओनली द फ्रेम, उसने सिर्फ की नोटिस किया जो फ्रेम है वो नोटिस किया। सो ही दत्ता सोल्वड हिज प्रॉब्लम क्लैवरली, सो दत्ता ने यह प्रॉब्लम बड़ी चलाकी दे नाल की कर लिया सोल्व कर लिया। नैक्सट आप बढ़ते हाँ चंदू का जो करैक्टर स्कैच है टू बार्बर ट्रेड यूनियन, तो ये आप देखते हाँ चंदू इज़ द मेन करैक्टर ऑफ द स्टोरी, चंदू मेन करैक्टर है स्टोरी के विच। ही वॉज अ पुअर बार्बर बॉय, वो एक गरीब नाई मुंडा है। ही बिलोंग टू लो कास्ट, छोटी जात नाल बिलोंग करता है। ही वॉज 6 months एल्डर टू नरेटर, वो नरेटर तो 6 महीने बड़ा है। बट दे वर वेरी गुड फ्रेंड्स, पर दोनों बहुत चंगे दोस्त ने। चंदू वाज एक्सपर्ट इन कैचिंग फ्लाइज, चंदू की है मतलब जो फ्लाइज इस आप एक तमोड़ियाँ होंदियां ने मतलब उसनूं फड़न दे विच एक्सपर्ट सी, जो पतंग है उसनूं भी फड़न दे विच एक्सपर्ट सी। ही आल्सो मेड काइट्स ऑफ डिफरेंट शेप्स, वो अलग अलग शेप्स दियां जो पतंग ने बना लैंदा सी। ही रीड पोइट्री नाइसली, कविता नूं बड़े अच्छे तरीके नाल पढ़ लैंदा सी। द नरेटर लाइकड हिम फॉर हिज दिस स्किल, नरेटर नूं उसदियां ये स्किल ने जिहड़े बहुत ज़्यादा पसंद करता सी। बट चंदू वाज नॉट गुड इन सोल्विंग मैथ सम, पर चंदू के मैथ के सम दे विच चंगा नहीं सी।
ਚੰਦੂਜ਼ ਫਾਦਰ ਹੈਡ ਡਾਈਡ, ਚੰਦੂ ਦਾ ਫਾਦਰ ਸੀ ਜਿਹੜਾ ਮਰ ਚੁੱਕਿਆ ਸੀ। ਹੀ ਲਿਵਡ ਵਿਦ ਹਿਜ਼ ਮਦਰ, ਆਪਣੀ ਮਾਂ ਨਾਲ ਰਹਿੰਦਾ ਸੀ ਉਹ। ਹੀ ਕੈਰੀਡ ਹਿਜ਼ ਫੈਮਿਲੀ ਬਿਜ਼ਨਸ ਟੂ ਅਰਨ ਮਨੀ, ਉਸਨੇ ਕੀ ਕੀਤਾ, ਬਿਜ਼ਨਸ ਸੰਭਾਲਿਆ ਕਾਹਦੇ ਲਈ, ਮਨੀ ਆਪਣੀ ਮਤਲਬ ਅਰਨ ਕਰਨ ਦੇ ਲਈ, ਆਪਣੀ ਫੈਮਿਲੀ ਨੂੰ ਚਲਾਉਣ ਦੇ ਲਈ। ਹੀ ਸ਼ੇਵਡ ਐਂਡ ਕੱਟ ਹੇਅਰ ਆਫ ਦਾ ਵਿਲੇਜਰ, ਉਸਨੇ ਕੀ ਕਰਨਾ ਸ਼ੁਰੂ ਕਰਤਾ, ਪਿੰਡ ਦੇ ਲੋਕਾਂ ਦੇ ਘਰੇ ਜਾ ਕੇ ਜੋ ਸ਼ੇਵ ਤੇ ਹੇਅਰ ਕੱਟ ਕਰਨੀਆਂ ਸ਼ੁਰੂ ਕਰਤੀਆਂ। ਵੰਸ ਹੀ ਗੋਟ ਡਰੈਸਡ ਲਾਈਕ ਅ ਡਾਕਟਰ, ਇੱਕ ਵਾਰੀ ਉਹਨੇ ਕੀ ਕੀਤੀ, ਡਾਕਟਰ ਦੀ ਤਰ੍ਹਾਂ ਜੋ ਡਰੈਸ ਹੈ ਉਹ ਪਾ ਲਈ। ਦ ਅਪਰ ਕਲਾਸ ਵਿਲੇਜਰਸ ਇਨਸਲਟਡ ਹਿਮ ਬੈਡਲੀ, ਤਾਂ ਪਿੰਡ ਦੇ ਜਿਹੜੇ ਉੱਚੀ ਜਾਤ ਦੇ ਲੋਕ ਸੀ ਬੜੀ ਬੇਇੱਜ਼ਤੀ ਕੀਤੀ ਕਿਸਦੀ, ਚੰਦੂ ਦੀ ਇਨਸਲਟ ਕੀਤੀ ਪੂਰੀ। ਹੀ ਫੈਲਟ ਓਫੈਂਡਡ, ਚੰਦੂ ਨੇ ਆਪਣੇ ਆਪ ਨੂੰ ਦੋਸ਼ੀ ਟਾਈਪ ਹੈ ਜਿਹੜਾ ਉਹ ਫੀਲ ਕੀਤਾ। ਹੀ ਡਿਸਾਈਡਡ ਨੋਟ ਟੂ ਵਰਕ ਇਨ ਦਾ ਵਿਲੇਜ ਐਨੀ ਮੋਰ, ਉਸਨੇ ਡਿਸਾਈਡ ਕਰ ਲਿਆ ਕਿ ਹੁਣ ਪਿੰਡ ਦੇ ਵਿੱਚੋਂ ਕੰਮ ਨਹੀਂ ਕਰੇਗਾ। ਹੀ ਬਾਊਟ ਅ ਬਾਈਸਾਈਕਲ, ਉਸਨੇ ਇੱਕ ਸਾਈਕਲ ਖਰੀਦਿਆ। ਐਂਡ ਸਟਾਰਟਡ ਹਿਜ਼ ਬਿਜ਼ਨਸ ਇਨ ਦਾ ਸਿਟੀ, ਤੇ ਪਿੰਡ ਦੇ ਵਿੱਚ ਇੱਕ ਬਿਜ਼ਨਸ ਹੈ ਜਿਹੜਾ ਉਹ ਸ਼ੁਰੂ ਕਰਤਾ। ਹੀ ਵਾਜ਼ ਵੈਰੀ ਅੰਬੀਸ਼ੀਅਸ, ਉੱਚੇ ਇਰਾਦੇ ਵਾਲਾ ਸੀ ਉਹ। ਹੀ ਮੇਡ ਅ ਯੂਨੀਅਨ ਵਿਦ ਬਾਰਬਰ ਬॉयਜ਼ ਆਫ ਨੀਅਰ ਬਾਈ ਵਿਲੇਜਸ, ਉਸਨੇ ਕੀ ਕੀਤਾ, ਪਿੰਡ ਦੇ ਹੋਰ ਮੁੰਡਿਆਂ ਦੇ ਨਾਲ ਮਿਲ ਕੇ ਇੱਕ ਯੂਨੀਅਨ ਬਣਾ ਲਈ। ਦੇ ਓਪਨਡ ਆ ਸ਼ੋਪ, ਉਹਨਾਂ ਨੇ ਕੀ ਕੀਤਾ, ਇੱਕ ਦੁਕਾਨ ਖੋਲੀ। ਹੀ ਮੇਡ ਪੀਪਲ ਟੂ ਵਾਕ ਟੂ ਡੈਮ ਫॉर देयर ਸਰਵਿਸ, ਉਸਨੇ ਕੀ ਕੀਤਾ, ਪਹਿਲਾਂ ਬਾਰਬਰ ਸੀ, ਲੋਕਾਂ ਦੇ ਘਰੇ ਜਾਇਆ ਕਰਦੇ ਸੀ, ਤਾਂ ਹੁਣ ਜਿਹੜੇ ਲੋਕ ਨੇ ਉਹ ਦੁਕਾਨ ਦੇ ਆਉਣ ਲੱਗੇ। ਚੰਦੂ ਵਾਜ਼ ਏ ਗ੍ਰੇਟ ਵਿਜ਼ਨਰੀ, ਚੰਦੂ ਇੱਕ ਦੂਰ ਦ੍ਰਿਸ਼ਟੀ ਵਾਲਾ ਬੰਦਾ ਸੀ। ਨੈਕਸਟ ਜੋ ਅੱਜ ਦਾ ਆਪਣਾ ਲਾਸਟ ਹੈ, ਤੇ ਉਸ ਤੋਂ ਬਾਅਦ ਆਪਾਂ ਸਰਪ੍ਰਾਈਜ਼ ਦੇਖਾਂਗੇ ਕਿ ਕੀ ਰਹਿਣ ਵਾਲਾ ਹੈ। ਸੋ ਲਾਸਟ ਦਾ ਬੁੱਲ ਬਨੀਥ ਆਫ ਦਾ ਅਰਥ, ਜੋ ਲੌਂਗ ਕੁਐਸਚਨ ਆਪਾਂ ਕਰ ਰਹੇ ਹਾਂ, ਆਈ ਹੋਪ ਤੁਸੀਂ ਬਣੇ ਹੋਵੋਗੇ ਲਾਸਟ ਤੱਕ। ਕਰਮ ਸਿੰਘ ਦੇ ਫਾਦਰ ਦਾ ਕਰੈਕਟਰ ਸਕੈਚ ਦੇਖਦੇ ਹਾਂ। ਕਰਮ ਸਿੰਘ ਫਾਦਰ ਇਜ਼ ਅ ਨੋਬਲ ਹਿਊਮਨ ਬੀਂਗ, ਬਹੁਤ ਇੱਕ ਅੱਛਾ ਇਨਸਾਨ ਹੈ। ਹੀ ਇਜ਼ ਅ ਹੈਡ ਆਫ ਹਿਜ਼ ਫੈਮਿਲੀ, ਤੇ ਫੈਮਿਲੀ ਦਾ ਹੈਡ ਹੈ ਉਹ। ਕਰਮ ਸਿੰਘ ਇਜ਼ ਡੈਡ, ਕਰਮ ਸਿੰਘ ਮਰ ਜਾਂਦਾ ਹੈ। ਬਟ ਹਿਜ਼ ਫਾਦਰ ਡਜ਼ ਨੋਟ ਸ਼ੇਅਰ ਇਜ਼ ਦਿਸ ਸੈਡ ਨਿਊਜ਼ ਵਿਦ ਮਾਨ ਸਿੰਘ, ਪਰ ਇਹ ਜੋ ਉਦਾਸ ਖਬਰ ਹੈ, ਬੁਰੀ ਖਬਰ ਹੈ, ਮਾਨ ਸਿੰਘ ਦੇ ਨਾਲ ਸ਼ੇਅਰ ਨਹੀਂ ਕਰਦਾ। ਹੀ ਡਜ਼ ਨੋਟ ਵਾਂਟ ਟੂ ਮੇਕ ਮਾਨ ਸਿੰਘ ਸੈਡ, ਉਹ ਨਹੀਂ ਚਾਹੁੰਦਾ ਕਿ ਮਾਨ ਸਿੰਘ ਹੈ ਜਿਹੜਾ ਉਹ ਉਦਾਸ ਹੋਵੇ। ਹੀ ਬੀਅਰਜ਼ ਦਾ ਬਰਡਨ ਆਫ ਦਿਸ ਸੋਰੋ ਅਲੋਨ, ਤੇ ਜਿਹੜਾ ਕਰਮ ਸਿੰਘ ਦਾ ਫਾਦਰ ਹੈ ਸਾਰਾ ਹੀ ਦੁੱਖ ਕੱਲਾ ਹੈ, ਮਤਲਬ ਉਸਨੂੰ ਸਹਿਨ ਕਰਦਾ ਹੈ। ਹੀ ਇਜ਼ ਇਨ ਡੀਪ ਸੋਰੋ, ਹੁਣ ਡੂੰਘੇ ਦੁੱਖ ਦੇ ਵਿੱਚ ਹੈ। ਬਟ ਹੀ ਟਰਾਈਜ਼ ਟੂ ਬਿਹੇਵ ਨੋਰਮਲ, ਪਰ ਉਹ ਨੋਰਮਲ ਬਿਹੇਵ ਕਰਨ ਦੀ ਕੋਸ਼ਿਸ਼ ਕਰਦਾ ਹੈ। ਹੀ ਮੇਕਸ ਮਾਨ ਸਿੰਘ ਐਜ਼ ਕੰਫਰਟੇਬਲ ਐਜ਼ ਪੋਸੀਬਲ, ਉਹ ਮਾਨ ਸਿੰਘ ਨੂੰ ਜਿੰਨਾ ਹੋ ਸਕੇ ਉਨਾ ਕੰਫਰਟੇਬਲ ਮਤਲਬ ਕਰਨ ਦੀ ਕੋਸ਼ਿਸ਼ ਕਰਦਾ ਹੈ। ਕਰਮ ਸਿੰਘ ਦਾ ਫਾਦਰ ਆ ਜੇ, ਬੁੱਲ ਬਨੀਥ ਦਾ ਅਰਥ ਆ ਜੇ, ਚਾਹੇ ਥੀਮ ਆ ਜੇ, ਤਾਂ ਤੁਸੀਂ ਇਹ ਲਾਈਨਾਂ ਨੇ ਜਿਹੜੀਆਂ ਲਿਖ ਸਕਦੇ ਹੋ। ਇਹ ਵੀ ਸੇਮ ਹੈ, ਤੇ ਲਾਸਟ ਦੇ ਵਿੱਚ ਤੁਸੀਂ ਇਹ ਲਾਈਨ ਹੈ ਜਿਹੜੀ ਐਡ ਕਰ ਸਕਦੇ ਹੋ। ਦਸ ਦਾ ਟਾਈਟਲ ਆਫ ਦਾ ਸਟੋਰੀ ਜਸਟ, ਤਾਂ ਕਰਕੇ ਸਟੋਰੀ ਦਾ ਜੋ ਟਾਈਟਲ ਹੈ ਉਹ ਇਹ ਰੱਖਿਆ ਗਿਆ ਹੈ। ਕਰਮ ਸਿੰਘ ਫਾਦਰ ਐਕਟ ਲਾਈਕ ਦਾ ਬੁੱਲ ਬਨੀਥ ਦਾ ਅਰਥ ਡੈਟ ਬੀਅਰਸ ਐਵਰੀਬਾਡੀਜ਼ ਬਰਡਨ, ਤੇ ਕਰਮ ਸਿੰਘ ਦਾ ਜੋ ਫਾਦਰ ਹੈ ਉਹ ਬੁੱਲ ਦੀ ਤਰ੍ਹਾਂ ਬਲ ਦੀ ਤਰ੍ਹਾਂ ਕੰਮ ਕਰ ਰਿਹਾ, ਜਿਸ ਨੇ ਸਾਰੀ ਧਰਤੀ ਦਾ ਜੋ ਬਰਡਨ ਹੈ ਆਪਣੇ ਸਿਰ ਦੇ ਉੱਤੇ ਚੱਕਿਆ ਹੋਇਆ ਹੈ। ਸੋ ਉਮੀਦ ਕਰਦਾ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਹੈ, ਜਿਹੜੇ ਅੱਜ ਦੇ ਚੈਪਟਰ ਨੇ, ਇਹ ਜ਼ਰੂਰ ਸਮਝ ਆਏ ਹੋਣਗੇ। ਜੇਕਰ ਫਿਰ ਵੀ ਕਿਸੇ ਨੂੰ ਕੋਈ ਡਾਊਟ ਲੱਗਿਆ ਹੋਵੇ ਤਾਂ ਮੈਨੂੰ ਕਮੈਂਟ ਸੈਕਸ਼ਨ ਕਰਕੇ ਦੱਸ ਸਕਦਾ ਹੈ, ਤੇ ਇਸ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ, ਤਾਂ ਡੈਫੀਨੇਟਲੀ ਤੁਹਾਡੇ 35 ਪਲੱਸ ਮਾਰਕਸ ਨੇ ਜਿਹੜੇ ਉਹ ਡੈਫੀਨੇਟਲੀ ਨੇ। ਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਜ਼ਰੂਰ ਲਾਈਕ ਤੇ ਸ਼ੇਅਰ ਕਰਿਓ, ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਤਾਂ ਕਿ ਜੋ ਪਲੱਸ 2 ਕਲਾਸ ਦੇ ਜੋ ਸਟੂਡੈਂਟ ਨੇ ਉਹ ਇਸ ਨੂੰ ਦੇਖ ਸਕਣ, ਤਾਂ ਇਸ ਤੋਂ ਉਹ ਬੈਨੀਫਿਟ ਹੈ ਜਿਹੜਾ ਉਹ ਲੈ ਸਕਣ। ਤੇ ਇੱਕ ਗੁੱਡ ਨਿਊਜ਼ ਹੈ, ਗੁੱਡ ਨਿਊਜ਼ ਕੀ ਹੈ, ਯੈਸ 1 ਸੈਕਿੰਡ, ਕਿ ਜਿਹੜਾ ਵੀ ਸਟੂਡੈਂਟ ਪਲੱਸ 2 ਐਗਜ਼ਾਮ ਦਾ ਜੋ ਸਟੂਡੈਂਟ ਹੈ, ਯੈਸ ਥੋੜਾ ਫੌਂਟ ਵੱਡੇ ਕਰ ਲਈਏ, ਯੈਸ ਜੋ ਪਲੱਸ 2 ਐਗਜ਼ਾਮ ਦਾ ਜੋ ਸਟੂਡੈਂਟ ਹੈ, ਜੇਕਰ ਉਹ ਕਲਾਸਿਸ ਅਟੈਂਡ ਕਰਦਾ ਹੈ, ਮਤਲਬ ਇੰਗਲਿਸ਼ ਦੀਆਂ ਜਾਂ ਟਿਊਸ਼ਨ ਵਗੈਰਾ ਲੱਗਦਾ ਹੈ, ਤਾਂ ਉਸਦੀ ਅਸੀਂ ਜੋ ਫੀਸ ਹੈ ਉਹ 1000 ਲੈਣ ਵਾਲੇ ਹਾਂ।
ਤੇ ਇਸ ਦੇ ਨਾਲ ਤੁਹਾਨੂੰ ਇਹ ਵੀ ਬੈਨੀਫਿਟ ਹੈ, ਇਸ ਦੇ ਨਾਲ ਪਲੱਸ 2 ਦਾ ਜੋ ਕੋਈ ਵੀ ਸਟੂਡੈਂਟ ਟਿਊਸ਼ਨ ਲੱਗਦਾ ਹੈ ਉਸਦੀ ਫੁੱਲ ਪ੍ਰਪੇਅਰ ਕਰਵਾਈ ਜਾਏਗੀ। ਤੇ ਪਲੱਸ 2 ਦਾ ਸਟੂਡੈਂਟ